ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਫਿਰ ਤੋਂ ਪੰਜਾਬ ਸਫਲਤਾ ਦੇ ਉੱਤੇ। ਅੱਜ ਆਪਾਂ ਜੀਕੇ ਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨ ਕਰਾਂਗੇ, ਜਿਹੜੇ ਪੇਪਰ ਦੇ ਵਿੱਚ ਬਾਰ-ਬਾਰ ਕੁਐਸਚਨ ਆਉਂਦੇ ਨੇ ਪੰਜਾਬ ਦੇ ਪੇਪਰਾਂ ਦੇ ਵਿੱਚ, ਉਹ ਕਰਾਂਗੇ ਪ੍ਰੀਵੀਅਸ ਈਅਰ ਕੁਐਸਚਨ। ਜਿਹੜੇ ਕੁਐਸਚਨ ਇਹ ਤੁਹਾਡੇ ਸਾਰੇ ਪੇਪਰਾਂ ਵਾਸਤੇ ਇੰਪੋਰਟੈਂਟ ਆਉਣ ਵਾਲੇ, ਜਿਵੇਂ ਕਿ ਐਕਸਾਈਜ਼ ਦਾ ਪੇਪਰ ਹੋ ਗਿਆ, ਚਾਹੇ ਕਾਂਸਟੇਬਲ ਦਾ ਪੇਪਰ ਹੋ ਗਿਆ, ਚਾਹੇ ਕਲਰਕ ਦਾ ਪੇਪਰ ਹੋ ਗਿਆ, ਜਿੰਨੇ PSSB ਦੇ ਪੇਪਰ ਨੇ ਤੇ PCS ਦੇ ਪੇਪਰ ਨੇ, ਉਹਨਾਂ ਸਾਰਿਆਂ ਵਾਸਤੇ ਇਹ ਕੁਐਸਚਨ ਇੰਪੋਰਟੈਂਟ ਨੇ। ਠੀਕ ਹੈ, ਚਲੋ ਆਪਾਂ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਕੁਐਸਚਨ ਤੋਂ ਜਿਹੜਾ ਆਪਣਾ ਸਭ ਤੋਂ ਪਹਿਲਾ ਕੁਐਸਚਨ ਹੈ ਉਹ ਹੈਗਾ ਆਲ ਇੰਡੀਆ ਮੁਸਲਿਮ ਲੀਗ। ਇਹ ਕਦੋਂ ਬਣੀ ਸੀ? ਆਲ ਇੰਡੀਆ ਮੁਸਲਿਮ ਲੀਗ ਕਦੋਂ ਬਣੀ ਸੀਗੀ? ਇਹ ਬਣੀ ਸੀ 1906 ਦੇ ਵਿੱਚ। 1906 ਦੇ ਵਿੱਚ ਬਣੀ ਸੀ ਆਲ ਇੰਡੀਆ ਮੁਸਲਿਮ ਲੀਗ। ਕਦੋਂ ਬਣੀ ਸੀ? 1906 ਦੇ ਵਿੱਚ ਬਣੀ ਸੀ ਆਲ ਇੰਡੀਆ ਮੁਸਲਿਮ ਲੀਗ। ਕਦੋਂ ਬਣੀ ਸੀ? 1906 ਦੇ ਵਿੱਚ। ਚਲੋ ਇਹ ਸੀਗਾ ਪਹਿਲਾ ਕੁਐਸਚਨ। ਅਗਲਾ ਕੁਐਸਚਨ ਹੈ ਹੂ ਅਮੰਗ ਦਾ ਫੋਲੋਇੰਗ ਰੋਟ ਪਗੜੀ ਸੰਭਾਲ ਜੱਟਾ। ਪਗੜੀ ਸੰਭਾਲ ਜੱਟਾ ਜਿਹੜੀ ਬੁੱਕ ਹੈ ਉਹ ਕਿਹਨੇ ਲਿਖੀ ਹੈ? ਪਗੜੀ ਸੰਭਾਲ ਜੱਟਾ ਲਿਖੀ ਹੈ ਬੰਕੇ ਦਿਆਲ ਨੇ। ਬੰਕੇ ਦਿਆਲ ਨੇ ਲਿਖਿਆ ਪਗੜੀ ਸੰਭਾਲ ਜੱਟਾ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਪਗੜੀ ਸੰਭਾਲ ਜੱਟਾ ਕਿਹਨੇ ਲਿਖੀ ਹੈ? ਬੰਕੇ ਦਿਆਲ ਨੇ। ਠੀਕ ਹੈ, ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਹੂ ਅਮੰਗ ਦਾ ਫੋਲੋਇੰਗ ਵਾਜ਼ ਵਿਦ ਭਗਤ ਸਿੰਘ। ਭਗਤ ਸਿੰਘ ਦੇ ਨਾਲ ਕਿਹੜਾ ਬੰਦਾ ਸੀ ਜਿਹਨੇ ਬੰਬ ਡਿੱਗਿਆ ਥਰੂ ਦਾ ਬੋਮ ਇਨ ਸੈਂਟਰਲ ਅਸੈਂਬਲੀ। ਸੈਂਟਰਲ ਅਸੈਂਬਲੀ ਦੇ ਵਿੱਚ ਭਗਤ ਸਿੰਘ ਦੇ ਨਾਲ ਕਿਹਨੇ ਬੰਬ ਡਿੱਗਿਆ ਸੀਗਾ? ਉਹ ਸੀਗਾ BK ਦੱਤ। ਅਤੇ ਭਗਤ ਸਿੰਘ ਨੇ ਬੰਬ ਕਦੋਂ ਡਿੱਗਿਆ ਸੀਗਾ ਆਪਣਾ ਸੈਂਟਰਲ ਅਸੈਂਬਲੀ ਦੇ? ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਡਿੱਗਿਆ ਸੀ 8 ਅਪ੍ਰੈਲ 1929 ਨੂੰ। 8 ਅਪ੍ਰੈਲ 1929 ਨੂੰ ਕੀ ਡਿੱਗਿਆ ਸੀ? ਭਗਤ ਸਿੰਘ ਨੇ ਬੰਬ ਡਿੱਗਿਆ ਸੀ ਕਿੱਥੇ? ਸੈਂਟਰਲ ਅਸੈਂਬਲੀ ਦੇ ਉੱਤੇ। ਠੀਕ ਹੈ, ਅਤੇ ਕਿਹਦੇ ਨਾਲ ਸੀ? ਹੱਥ ਲੈ ਕੇ BK ਦੱਤ ਨਾਲ। ਠੀਕ ਹੈ, ਸਮਝ ਗਏ ਜੀ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਦਾ ਮੈਮੋਰੀਅਲ ਬਣਾਇਆ ਹੋਇਆ ਡੈਡੀਕੇਟਿਡ ਟੂ ਫਰੀਡਮ ਸਟਰਗਲ ਇਨ ਪੰਜਾਬ। ਜਿੰਨੇ ਫਰੀਡਮ ਸਟਰਗਲ ਹੋਇਆ ਨਾ ਪੰਜਾਬ ਦੇ ਵਿੱਚ ਆਜ਼ਾਦੀ ਦੇ ਵੇਲੇ, ਉਹਦੇ ਵਾਸਤੇ ਮੈਮੋਰੀਅਲ ਕਿੱਥੇ ਬਣਾਇਆ ਹੋਇਆ? ਕਿਹੜੇ ਰਾਜ 'ਚ ਬਣਾਇਆ ਹੋਇਆ? ਉਹ ਬਣਾਇਆ ਹੋਇਆ ਕਪੂਰਥਲਾ ਬਣਾਇਆ ਹੋਇਆ ਮੈਮੋਰੀਅਲ ਟੂ ਡੈਡੀਕੇਟ ਦਾ ਫਰੀਡਮ ਸਟਰਗਲ ਇਨ ਪੰਜਾਬ। ਸਮਝ ਗਏ? ਪੰਜਾਬ ਵਿੱਚ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਕਿੱਥੇ ਹੈ? ਯਾਦਗਾਰ ਕਿੱਥੇ ਹੈ? ਪੰਜਾਬ ਵਿੱਚ ਆਜ਼ਾਦੀ ਨੂੰ ਸਮਰਪਿਤ ਯਾਦਗਾਰ ਕਿੱਥੇ ਹੈ? ਕਪੂਰਥਲਾ ਦੇ ਵਿੱਚ ਹੈ। ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਆਪਣਾ ਜਿਹੜੀ ਪਹਿਲੀ ਸਿੰਘ ਸਭਾ ਹੋਈ ਸੀਗੀ ਕਿੱਥੇ ਹੋਈ ਸੀਗੀ? ਪਹਿਲੀ ਸਿੰਘ ਸਭਾ, ਇਹ ਆਪਾਂ ਕੀਤਾ ਹੋਇਆ ਨਾ ਕੁਐਸਚਨ ਪਹਿਲਾਂ ਵੀ। ਪਹਿਲੀ ਸਿੰਘ ਸਭਾ ਹੋਈ ਸੀਗੀ ਅੰਮ੍ਰਿਤਸਰ ਦੇ ਵਿੱਚ 1873 ਦੇ ਵਿੱਚ। ਠੀਕ ਹੈ, ਪਹਿਲੀ ਜਿਹੜੀ ਸਿੰਘ ਸਭਾ ਹੋਈ ਸੀਗੀ ਉਹ ਹੋਈ ਸੀ 1873 ਦੇ ਵਿੱਚ। ਠੀਕ ਹੈ, 1873 ਦੇ ਵਿੱਚ। ਸਿੰਘ ਸਭਾ ਬਾਰੇ ਮੈਂ ਤੁਹਾਨੂੰ ਦੱਸ ਰੱਖਿਆ ਆਲਰੇਡੀ। ਸਿੰਘ ਸਭਾ ਕੀ ਸੀਗੀ? ਪਹਿਲੀ ਸਿੰਘ ਸਭਾ ਹੋਈ ਕਿੱਥੇ ਸੀਗੀ? 1873 ਦੇ ਵਿੱਚ ਹੋਈ ਸੀਗੀ ਅੰਮ੍ਰਿਤਸਰ ਦੇ ਵਿੱਚ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅੰਮ੍ਰਿਤਸਰ 1873 ਦੇ ਵਿੱਚ ਹੋਈ ਸੀਗੀ ਪਹਿਲੀ ਸਿੰਘ ਸਭਾ। ਚਲੋ ਜਿਹੜਾ ਅਗਲਾ ਕੁਐਸਚਨ ਹੈ ਉਹ ਹੈਗਾ, ਚਲੋ ਇਹ ਵਿੱਚ ਆਪਾਂ ਇਹ ਪੜ੍ਹਿਆ ਸਿੰਘ ਸਭਾ ਕਿਉਂ ਸੀਗੀ? ਸਿੰਘ ਸਭਾ ਸੀਗੀ ਇਹ ਰਿਲਾਈਵਲਿਸਟ ਮੂਵਮੈਂਟ ਸੀਗੀ। ਠੀਕ ਹੈ, ਸੋਸ਼ਲ ਰਿਲਾਈਵਲਿਸਟ ਮੂਵਮੈਂਟ ਸੀਗੀ ਵੀ ਜਿਹੜੇ ਸਿੱਖਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਬਣਾਈ ਗਈ ਸੀ ਸਿੰਘ ਸਭਾ, ਕਿਉਂਕਿ ਸਿੱਖਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਬਣਾਈ ਸਿੰਘ ਸਭਾ। ਠੀਕ ਹੈ, ਰਿਵਾਈਵਲਿਸਟ ਮੂਵਮੈਂਟ ਸੀਗੀ, ਸੋਸ਼ਲ ਰਿਲੀਜੀਅਸ ਮੂਵਮੈਂਟ ਸੀਗੀ, ਕਿਉਂਕਿ ਬ੍ਰਿਟਿਸ਼ਰ ਨੇ ਕ੍ਰਿਸਚਨ ਦੇ ਵਿੱਚ ਚੇਂਜ ਕਰਾ ਰਹੇ ਸੀ ਸਾਰਿਆਂ ਨੂੰ, ਤਾਂ ਉਹਨੂੰ ਰਿਵਾਈਵ ਕਰਨ ਵਾਸਤੇ ਬਣਾਈ ਸੀ ਸਿੰਘ ਸਭਾ। ਅਤੇ ਪਹਿਲੀ ਸਿੰਘ ਸਭਾ ਕਿੱਥੇ ਸੀਗੀ? ਅੰਮ੍ਰਿਤਸਰ 1873 ਦੇ ਵਿੱਚ ਬਣੀ ਸੀ, ਇੱਥੇ ਹੋਈ ਸੀਗੀ ਫਸਟ ਸਿੰਘ ਸਭਾ ਕਿੱਥੇ? ਅੰਮ੍ਰਿਤਸਰ 1873 ਦੇ ਵਿੱਚ। ਚਲੋ ਅਗਲਾ ਕੁਐਸਚਨ ਹੈ ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਪ੍ਰੈਜ਼ੀਡੈਂਟ ਆਫ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ। ਠੀਕ ਹੈ, ਹਿੰਦੁਸਤਾਨ ਐਸੋਸੀਏਸ਼ਨ ਪੈਸੀਫਿਕ ਕੋਸਟ ਦਾ ਪ੍ਰੈਜ਼ੀਡੈਂਟ ਕੌਣ ਹੈ? ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦਾ ਪ੍ਰੈਜ਼ੀਡੈਂਟ ਕੌਣ ਹੈ? ਉਹ ਹੈ ਸੋਹਣ ਸਿੰਘ ਭਾਂਕਾ ਨਾ ਹੈਗੇ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦਾ ਪ੍ਰੈਜ਼ੀਡੈਂਟ। ਠੀਕ ਹੈ, ਸੋਹਣ ਸਿੰਘ ਭਾਂਕਾਨਾ। ਸਮਝ ਗਏ? ਚਲੋ ਅਗਲਾ ਜਿਹੜਾ ਕੁਐਸਚਨ ਹੈ, ਇਹ ਵੀ ਕੁਐਸਚਨ ਆਪਾਂ ਕੀਤਾ ਹੋਇਆ ਬਾਬਾ ਫਰੀਦ ਦੀ ਜਿਹੜੀ ਸ਼ਰਾਈਨ ਹੈ, ਬਾਬਾ ਫਰੀਦ ਦੀ ਸ਼ਰਾਈਨ ਕਿੱਥੇ? ਉਹ ਹੈਗਾ ਪੱਕਪਾਟਨ ਦੇ ਵਿੱਚ। ਪੱਕਪਾਟਨ ਦੇ ਵਿੱਚ ਹੈ ਬਾਬਾ ਫਰੀਦ ਦੀ ਸ਼ਰਾਈਨ। ਠੀਕ ਹੈ, ਕਿੱਥੇ ਹੈ? ਪੱਕਾਪਟਨ ਦੇ ਵਿੱਚ ਹੈ, ਪੱਕਾਪਟਨ। ਠੀਕ ਹੈ, ਪੱਕਾਪਟਨ ਦੇ ਵਿੱਚ ਕੀ ਹੈ? ਬਾਬਾ ਫਰੀਦ ਦੀ ਸ਼ਰਾਈਨ। ਠੀਕ ਹੈ, ਬਾਬਾ ਫਰੀਦ ਜੀ ਦਾ ਅਸਥਾਨ ਕਿੱਥੇ ਸਥਿਤ ਹੈ? ਪੱਕਪਟਨ ਦੇ ਵਿੱਚ। ਠੀਕ ਹੈ, ਅਗਲਾ ਕੁਐਸਚਨ ਹੈ which Sikh guru is credited with standardizing the commonly used script in Punjab into Gurmukhi script। ਬੇਸਿਕਲੀ ਇਹ ਕੁਐਸਚਨ ਹੈ ਗੁਰਮੁਖੀ ਸਕ੍ਰਿਪਟ ਕੌਣ ਲੈ ਕੇ ਆਇਆ ਸੀਗਾ ਪੰਜਾਬ ਦੇ ਵਿੱਚ? ਸਿੱਖ ਗੁਰੂ ਕਿਹੜਾ ਸੀਗਾ ਜਿਹਨੇ ਸਟੈਂਡਰਡਾਈਜ਼ ਕੀਤੀ ਗੁਰਮੁਖੀ ਸਕ੍ਰਿਪਟ? ਗ੍ਰਾਮਰ ਦੇ ਰੂਲ ਵਗੈਰਾ ਵੀ ਦੱਸੇ ਸੀਗੇ ਵੀ ਕਿਵੇਂ ਆਪਾਂ ਪੰਜਾਬੀ ਸਕ੍ਰਿਪਟ ਕਿਵੇਂ ਲਿਖਣੀ ਹੈ, ਗੁਰਮੁਖੀ ਸਕ੍ਰਿਪਟ। ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਆਪਣੀ ਪੰਜਾਬੀ ਸਕ੍ਰਿਪਟ ਹੈ ਉਹ ਕਿਹੜੀ ਹੈ? ਗੁਰਮੁਖੀ ਸਕ੍ਰਿਪਟ ਹੈ। ਠੀਕ ਹੈ, ਇਹਨੂੰ ਸਟੈਂਡਰਡਾਈਜ਼ ਕਿਹਨੇ ਕੀਤਾ ਸੀਗਾ? ਇਹ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ। ਕੀਤਾ ਸੀ ਆਪਣੀ ਜਿਹੜੀ ਪੰਜਾਬੀ ਗੁਰਮੁਖੀ ਸਕ੍ਰਿਪਟ ਹੈ ਉਹਨੂੰ ਸਟੈਂਡਰਡਾਈਜ਼, ਵੀ ਇੱਥੇ ਛੋਟੀ ਦੀ ਮਾਤਰਾ ਕਿੱਥੇ ਲੱਗੂਗੀ, ਵੱਡੀ ਦੀ ਮਾਤਰਾ ਕਿੱਥੇ ਲੱਗੂਗੀ, ਗ੍ਰਾਮਰ ਦੇ ਰੂਲ ਵਗੈਰਾ ਸਾਰੇ ਕਿਹਨੇ ਸੀ? ਗੁਰੂ ਅੰਗਦ ਦੇਵ ਜੀ ਨੇ। ਸਮਝ ਗਏ? ਚਲੋ ਅਗਲੇ ਚੱਲਦੇ ਹਾਂ ਆਪਾਂ। ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ
ਵਿਚ ਆਫ ਦਾ ਫੋਲੋਇੰਗ ਪਲੇਸਿਸ ਵਾਸ ਨੋਟ ਵਿਜ਼ਿਟਡ ਬਾਈ ਗੁਰੂ ਨਾਨਕ ਦੇਵ ਜੀ। ਤੇ ਗੁਰੂ ਨਾਨਕ ਦੇਵ ਜੀ ਕਿਹੜੀ ਸਟੇਟ ਦੇ ਕਿਹੜੀ ਪਲੇਸ ਦੇ ਵਿੱਚ ਨਹੀਂ ਗਏ ਸੀ, ਮਤਲਬ ਕਿਤਾ ਕਿਹੜੀ 'ਚ ਨਹੀਂ ਗਏ ਸੀ। ਦੇਖੋ ਸ਼੍ਰੀਲੰਕਾ ਦੇ ਵਿੱਚ ਤਾਂ ਗਏ ਸੀ, ਸਿਲੋਨ ਮਤਲਬ ਸ਼੍ਰੀਲੰਕਾ, ਸਿਲੋਨ ਦਾ ਇੱਕ ਸ਼੍ਰੀਲੰਕਾ ਦਾ ਇੱਕ ਹੋਰ ਨਾਮ ਕੀ ਹੈ ਸਿਲੋਨ, ਇੱਥੇ ਤਾਂ ਗਏ ਸੀਗੇ। ਤਿੱਬਤ ਦੇ ਵਿੱਚ ਵੀ ਗਏ ਸੀਗੇ, ਚਾਈਨਾ ਤਿੱਬਤ ਦੇ ਵਿੱਚ, ਭਗਤ ਦੇ ਵਿੱਚ ਵੀ ਗਏ ਸੀਗੇ, ਠੀਕ ਹੈ, ਭਗਤ ਦੇ ਵਿੱਚ ਵੀ ਗਏ ਸੀਗੇ, ਪਰ ਰੋਮ ਦੇ ਵਿੱਚ ਨਹੀਂ ਗਏ ਸੀਗੇ। ਤਾਂ ਗੁਰੂ ਨਾਨਕ ਦੇਵ ਜੀ ਕਿੱਥੇ ਨਹੀਂ ਗਏ ਸੀਗੇ, ਰੋਮ ਦੇ ਵਿੱਚ। ਤਾਂ ਇਹਦਾ ਆਨਸਰ ਕੀ ਆ ਜਾਊਗਾ, ਰੋਮ, ਠੀਕ ਹੈ। ਅਗਲਾ ਹੈਗਾ ਜਿਹੜਾ ਕੁਐਸਚਨ ਉਹ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਕੰਟੇਨਸ ਦਾ ਬਾਣੀਜ਼ ਆਫ ਹਾਊ ਮੈਨੀ ਭਗਤ ਐਂਡ ਭੱਟ। ਤਾਂ ਕਿੰਨੇ ਭਗਤਾਂ ਦੀ ਉਹਦੇ ਵਿੱਚ ਬਾਣੀ ਹੈ, 15 ਭਗਤ ਦੀ ਹੈਗੀ ਹੈ ਬਾਣੀ ਅਤੇ 11 ਭੱਟ ਦੀ। 15 ਭਗਤ ਅਤੇ 11 ਭੱਟ ਦੀ ਕੀ ਹੈ ਬਾਣੀ ਹੈ, ਕਿਹਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਵਿਚ ਆਫ ਦਾ ਫੋਲੋਇੰਗ ਮੈਟਰ ਵਾਸ ਨੋਟ ਨੋਨ ਟੂ ਹੜੱਪਾ। ਹੜੱਪਾ ਸਿਵਲਾਈਜੇਸ਼ਨ ਪੜ੍ਹੀ ਸੀ ਨੇ, ਜਿਹਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਹਿੰਦੇ ਹਾਂ, ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਹੜੱਪਾ ਸਿਵਲਾਈਜੇਸ਼ਨ ਜਾਂ ਸਿੰਧ ਘਾਟੀ ਸਿਵਲਾਈਜੇਸ਼ਨ ਵੀ ਕਹਿੰਦੇ ਹਾਂ ਆਪਾਂ, ਅਤੇ ਬ੍ਰੌਂਜ਼ ਸਿਵਲਾਈਜੇਸ਼ਨ ਵੀ ਕਹਿੰਦੇ ਇਹਨੂੰ ਆਪਾਂ। ਇਹ ਜਿਹੜੇ ਹੜੱਪਾ ਦੇ ਲੋਕ ਸੀਗੇ, IBC ਦੇ ਲੋਕ, ਇਹਨਾਂ ਨੂੰ ਕਿਹੜੇ ਮੈਟਲ ਬਾਰੇ ਨਹੀਂ ਪਤਾ ਸੀ, ਕੋਪਰ ਬਾਰੇ ਇਹਨਾਂ ਨੂੰ ਪਤਾ ਸੀਗਾ, ਤਾਂ ਹੀ ਬ੍ਰੌਂਜ਼ ਬਣਦਾ ਸੀ ਉਹ ਤੋਂ, ਠੀਕ ਹੈ। ਗੋਲਡ ਬਾਰੇ ਵੀ ਪਤਾ ਸੀਗਾ, ਬ੍ਰੌਂਜ਼ ਬਾਰੇ ਵੀ ਪਤਾ ਸੀ। ਬ੍ਰੌਂਜ਼ ਸਿਵਲਾਈਜੇਸ਼ਨ ਵੀ ਕਹਿੰਦੇ ਆਪਾਂ ਕੋਪਰ ਹੜੱਪਾ ਸਿਵਲਾਈਜੇਸ਼ਨ ਨੂੰ, ਪਰ ਇਹਨਾਂ ਨੂੰ ਲੋਹੇ ਬਾਰੇ ਨਹੀਂ ਪਤਾ ਸੀ ਹੜੱਪਾ ਵਾਲਿਆਂ ਨੂੰ। ਤਾਂ ਕੀ ਆਨਸਰ ਆ ਜਾਊਗਾ, ਆਇਰਨ ਬਾਰੇ ਇਹਨਾਂ ਨੂੰ ਨਹੀਂ ਪਤਾ ਸੀਗਾ, ਕਿਹਨਾਂ ਨੂੰ, ਹੜੱਪਾ ਨੂੰ, ਠੀਕ ਹੈ। ਚਲੋ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ 15 ਭਗਤ ਅਤੇ 11 ਭੱਟ, ਇਹ ਸਾਨੂੰ ਪਤਾ ਹੋਣਾ ਚਾਹੀਦਾ। 15 ਭਗਤਾਂ ਦੀ ਉਹਦੇ ਵਿੱਚ ਬਾਣੀ ਅਤੇ 11 ਭੱਟ ਦੀ, ਠੀਕ ਹੈ। ਚਲੋ ਮਹਾਤਮਾ ਬੁੱਧਾ ਦਾ ਜਨਮ ਕਿੱਥੇ ਹੋਇਆ ਸੀ। ਮਹਾਤਮਾ ਬੁੱਧਾ ਦਾ ਜਨਮ ਕਿੱਥੇ ਹੋਇਆ ਸੀਗਾ, ਮਹਾਤਮਾ ਬੁੱਧਾ ਜੀ ਦਾ ਜਨਮ ਹੋਇਆ ਸੀ ਲੁੰਬਨੀ ਦੇ ਵਿੱਚ, ਠੀਕ ਹੈ। ਸਾਰੇ ਤੁਸੀਂ ਨੋਟਸ ਬਣਾਈ ਜਾਓ, ਜੋ ਮੈਂ ਇੰਪੋਰਟੈਂਟ ਲਿਖਾ ਰਿਹਾ ਇੰਪੋਰਟੈਂਟ ਸਾਰੇ ਨੇ, ਠੀਕ ਹੈ। ਮਹਾਤਮਾ ਬੁੱਧਾ ਦਾ ਜਨਮ ਕਿੱਥੇ ਹੋਇਆ ਸੀਗਾ, ਲੁੰਬਨੀ ਦੇ ਵਿੱਚ ਹੋਇਆ ਸੀ, ਲੁੰਬਨੀ, ਠੀਕ ਹੈ। ਇਹ ਵੀ ਇੰਪੋਰਟੈਂਟ ਕੁਐਸਚਨ ਸੀਗਾ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਵਿਚ ਆਫ ਦਾ ਫੋਲੋਇੰਗ ਆਥਰ ਇਜ਼ ਦਾ ਆਥਰ ਆਫ ਦਾ ਫੇਮਸ ਸਟੋਰੀ ਹੀਰ। ਹੀਰ ਜਿਹੜੀ ਬੁੱਕ ਹੈ, ਹੀਰ ਸਟੋਰੀ ਜਿਹੜੀ ਹੈਗੀ, ਹੀਰ ਸਟੋਰੀ ਹੈ ਇੱਕ ਹੀਰ, ਇਹ ਕਿਹਨੇ ਲਿਖੀ ਹੈ, ਇਹ ਲਿਖੀ ਹੈ ਵਾਰਿਸ ਸ਼ਾਹ ਨੇ। ਵਾਰਿਸ ਸ਼ਾਹ ਨੇ ਲਿਖੀ ਹੈ ਹੀਰ ਦੀ ਕਹਾਣੀ, ਸਮਝ ਗਏ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਹੂ ਅਮੰਗ ਦਾ ਫੋਲੋਇੰਗ ਇਜ਼ ਆਥਰ ਆਫ ਜੰਗਨਾਮਾ। ਜੰਗਨਾਮਾ ਦਾ ਆਥਰ ਕੌਣ ਹੈ, ਜੰਗਨਾਮਾ ਦਾ ਆਥਰ ਕੌਣ ਹੈ, ਜੰਗਨਾਮਾ ਦਾ ਆਥਰ ਹੈ ਕੁਆਇਜ਼ ਨੂਰ ਮੁਹੰਮਦ। ਕੁਆਇਜ਼ ਨੂਰ ਮੁਹੰਮਦ ਹੈ ਜੰਗਨਾਮਾ ਦਾ ਆਥਰ। ਜੰਗਨਾਮਾ ਜਿਹੜੀ ਆਪਣੀ ਕਿਤਾਬ ਹੈ ਉਹਦਾ ਕੌਣ ਆਥਰ ਹੈ, ਕੁਆਇਜ਼ ਨੂਰ ਮੁਹੰਮਦ, ਠੀਕ ਹੈ। ਟ੍ਰੀਟੀ ਆਫ ਅੰਮ੍ਰਿਤਸਰ ਕਦੋਂ ਹੋਈ ਸੀਗੀ, ਕਿਹਦੇ ਵਿੱਚ ਹੋਈ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਹਦੇ ਵਿੱਚ ਹੋਈ ਸੀਗੀ, ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ। ਕਦੋਂ ਹੋਈ ਸੀਗੀ, 1809 ਦੇ ਵਿੱਚ। ਇਹਨੂੰ ਕਿਵੇਂ ਯਾਦ ਕਰ ਸਕਦੇ ਹਾਂ, 9 ਮਹਾਰਾਜਾ ਰਣਜੀਤ ਸਿੰਘ ਨੇ 9 ਕਹਿਤਾ ਸੀਗਾ ਵੀ ਤੁਸੀਂ ਆਹ ਜਿਹੜੀ ਆਪਣੀ ਨਦੀ ਹੈ ਨਾ ਸਤਲੁਜ ਨਦੀ, ਇਸ ਤੋਂ ਤੁਸੀਂ ਇੱਧਰ ਨਹੀਂ ਆਉਣਾ, ਠੀਕ ਹੈ। ਮੈਂ ਇੱਧਰ ਨਹੀਂ ਆਉਂਦਾ, ਤੁਸੀਂ ਇੱਧਰ ਨਾ ਆਇਓ, ਠੀਕ ਹੈ। 9 ਕਹਿਤਾ ਸੀ, ਐਂ ਕਰਕੇ ਯਾਦ ਕਰਾਂਗੇ 9 ਤੋਂ 1809 ਦੇ ਵਿੱਚ। ਇਹਨੂੰ ਆਪਾਂ ਐਂ ਕਰਕੇ 1809 ਤੋਂ ਯਾਦ ਕਰ ਸਕਦੇ ਹਾਂ, 9 ਕਰਕੇ 9 ਕਰਤਾ ਸੀਗਾ ਕਿ ਇਹਨਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ, ਟ੍ਰੀਟੀ ਆਫ ਅੰਮ੍ਰਿਤਸਰ ਦੇ ਵਿੱਚ, ਠੀਕ ਹੈ। ਚਲੋ ਮਹਾਰਾਜਾ ਰਣਜੀਤ ਸਿੰਘ ਦੇ ਸਨ ਕਿਹੜੇ, ਵਿਚ ਸਨ ਔਰ ਮਹਾਰਾਜਾ ਰਣਜੀਤ ਸਿੰਘ ਵਾਸ ਟੇਕਨ ਬਾਈ ਬ੍ਰਿਟਿਸ਼ਰ ਟੂ ਇੰਗਲੈਂਡ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਿਹੜੇ ਸਨ ਸੀਗੇ ਜਿਨ੍ਹਾਂ ਨੂੰ ਬ੍ਰਿਟਿਸ਼ਰ ਨੇ ਇੰਗਲੈਂਡ ਭੇਜਤਾ ਸੀਗਾ, ਕਿਹੜੇ ਸਨ ਸੀਗੇ, ਦਲੀਪ ਸਿੰਘ ਨੂੰ ਬ੍ਰਿਟਿਸ਼ਰ ਨੇ ਇੰਗਲੈਂਡ ਭੇਜਤਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਸਨ ਸੀਗੇ, ਠੀਕ ਹੈ, ਦਲੀਪ ਸਿੰਘ ਨੂੰ। ਅਤੇ ਫਿਰ ਬ੍ਰਿਟਿਸ਼ਰ ਖੁਦ ਆ ਗਏ ਸੀ ਕਿੱਥੇ ਰਾਜ ਕਰਨ ਵਾਸਤੇ, ਇੰਡੀਆ ਦੇ ਰਾਜ ਕਰਨ ਵਾਸਤੇ। ਅਤੇ ਦਲੀਪ ਸਿੰਘ ਜਿਹੜੇ ਇਹਨਾਂ ਦੇ ਬੇਟੇ ਸੀਗੇ ਉਹਨਾਂ ਨੂੰ ਕਿੱਥੇ ਭੇਜਤਾ ਸੀਗਾ, ਉਹਨਾਂ ਨੂੰ ਭੇਜਤਾ ਸੀ ਇੰਗਲੈਂਡ। ਤੁਸੀਂ ਇੰਗਲੈਂਡ ਜਾ ਕੇ ਪੜ੍ਹੋ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਵੈਨ ਵਾਜ਼ ਦਾ ਗੁਰੂ ਤੇਗ ਬਹਾਦਰ 400th ਬਰਥਡੇ, 400ਵਾਂ ਜਨਮ ਦਿਨ, 400 ਬਰਥਡੇ ਸੈਲੀਬ੍ਰੇਟਿਡ, ਠੀਕ ਹੈ। ਗੁਰੂ ਤੇਗ ਬਹਾਦਰ ਜੀ 400 ਬਰਥਡੇ ਕਦੋਂ ਬਣਾਇਆ, 2021 ਦੇ ਵਿੱਚ, 2021 ਦੇ ਵਿੱਚ ਬਣਾਇਆ 400th ਬਰਥਡੇ ਗੁਰੂ ਤੇਗ ਬਹਾਦਰ ਜੀ ਦਾ, ਠੀਕ ਹੈ। ਦੁੱਲਾ ਭੱਟੀ ਕੌਣ ਹੈ, ਦੁੱਲਾ ਭੱਟੀ ਰੋਬਿਨ ਹੁੱਡ ਆਫ ਪੰਜਾਬ ਵੀ ਹੈ ਨਾ, ਠੀਕ ਹੈ, ਫੋਕ ਹੀਰੋ ਆਫ ਪੰਜਾਬ। ਇਹਨੇ ਰਿਵੋਲਟ ਕਿਹਦੇ ਅਗੇਂਸਟ ਕੀਤਾ ਸੀਗਾ, ਕਿਹਦੀ ਰੈਵਨਿਊ ਪੋਲਿਸੀ ਦੇ ਅਗੇਂਸਟ, ਅਕਬਰ ਦੀ। ਜਿਹੜੇ ਅਕਬਰ ਸੀ ਨਾ ਉਹਨੇ ਨਾ ਬਹੁਤ ਜ਼ਿਆਦਾ ਕੀ ਕਰਤਾ ਸੀਗਾ, ਬਹੁਤ ਜ਼ਿਆਦਾ ਜਿਹੜਾ ਆਪਣਾ ਦੇਖੋ ਜਿਹੜਾ ਪੰਜਾਬ ਹੈ ਨਾ, ਪੰਜਾਬ ਕੀ ਆਉਂਦਾ ਨਦੀਆਂ ਦੇ ਵਿੱਚ ਆਉਂਦਾ। ਜਦੋਂ ਨਦੀਆਂ ਵਿੱਚ ਆਊਗਾ ਤਾਂ ਜਿਹੜਾ ਨਦੀਆਂ ਦੇ ਵਿੱਚ ਜਿਹੜਾ ਏਰੀਆ ਆਉਂਦਾ ਹੁੰਦਾ ਨਾ ਉਹ ਬਹੁਤ ਜ਼ਿਆਦਾ ਫਰਟਾਈਲ ਹੁੰਦਾ, ਇਹਨੂੰ ਦੁਆਬ ਕਹਿੰਦੇ ਹੁੰਦੇ, ਠੀਕ ਹੈ। ਬਹੁਤ ਜ਼ਿਆਦਾ ਕਹਿੰਦਾ ਫਰਟਾਈਲ ਹੁੰਦਾ। ਜੇ ਆਪਣਾ ਏਰੀਆ ਫਰਟਾਈਲ ਹੋਊਗਾ ਤਾਂ ਅਕਬਰ ਨੇ ਕੀ ਕਰਤਾ ਸੀ, ਇੱਥੇ ਟੈਕਸ ਬਹੁਤ ਜ਼ਿਆਦਾ ਵਧਾਤਾ ਸੀ, ਕਹਿੰਦੇ ਕਿ ਪੰਜਾਬ ਦੇ ਵਿੱਚ ਨਦੀਆਂ ਬਹੁਤ ਜ਼ਿਆਦਾ ਤਾਂ ਇਹਨੂੰ ਟੈਕਸ ਜ਼ਿਆਦਾ ਦੇਣਾ ਪਊਗਾ ਅਕਬਰ ਦੇ। ਤਾਂ ਦੁੱਲਾ ਭੱਟੀ ਨੇ ਆਪ ਕੀ ਕਰਤਾ ਸੀ, ਰਿਵੋਲਟ ਕਰਤਾ ਸੀ। ਦੁੱਲਾ ਭੱਟੀ ਨੂੰ ਆਪਾਂ ਇੱਕ ਹੋਰ ਨਾਮ ਤੋਂ ਜਾਣਦੇ ਰੋਬਿਨ ਹੁੱਡ ਆਫ ਪੰਜਾਬ, ਠੀਕ ਹੈ, ਕਿਉਂਕਿ ਇਹਨੇ ਬਹੁਤ ਜ਼ਿਆਦਾ ਜਿਹੜੀ ਵੂਮੈਨਸ ਹੈ ਉਹਨਾਂ ਦੀ ਕੰਡੀਸ਼ਨ ਵੀ ਸੁਧਾਰਨ 'ਚ ਬਹੁਤ ਇਹਦਾ ਯੋਗਦਾਨ ਸੀਗਾ, ਬਹੁਤ ਜ਼ਿਆਦਾ ਯੋਗਦਾਨ ਸੀਗਾ ਕਿਹਦਾ, ਦੁੱਲਾ ਭੱਟੀ ਦਾ। ਸਮਝ ਗਏ ਉਰੇ ਤੱਕ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ, ਇੱਕ ਮਿੰਟ ਰੁਕੋ, ਜਿਹੜਾ ਅਗਲਾ ਕੁਐਸਚਨ ਹੈਗਾ ਉਹ ਕੀ ਹੈ, ਜਿਹੜਾ ਅਗਲਾ ਕੁਐਸਚਨ ਹੈ ਉਹ ਕੀ ਹੈ, ਵਿਚ ਰਿਵਰ ਇਜ਼ ਨੋਨ ਐਜ਼ ਸੋਰੋ ਆਫ ਬੰਗਾਲ। ਸੋਰੋ ਆਫ ਬੰਗਾਲ ਕਿਹੜੀ ਨਦੀ ਨੂੰ ਜਾਣਿਆ ਜਾਂਦਾ, ਬੰਗਾਲ ਦੀ ਸੋਰੋ ਕਿਸ ਨਦੀ ਨੂੰ ਜਾਣਿਆ ਜਾਂਦਾ, ਠੀਕ ਹੈ।
बगाड़ दी सोरो विच रिवर इज नोन एज सोरो ऑफ बंगाल किहड़ी नदी नूं जाणिया जांदा दामोदर नूं ठीक है दामोदर जिहड़ी नदी है उहनूं बंगाल दी सोरो की तरह जाणिया जांदा क्योंकि जो दामोदर नदी बंगाल दे विच आंदी है ना एक ही ले आंदी फ्लड ले आंदी है जिहदे करके बहुत ज़्यादा आपत आ जाती है तां करके इहनूं सोरो ऑफ बंगाल के नाम से भी जाणदे दामोदर जिहड़ी नदी है अपनी जिहड़ी दामोदर नदी है एक किहदी डिस्ट्रीब्यूटरी है ये हुगली की ट्रिब्यूटरी है हुगली नदी की है ट्रिब्यूटरी है हुगली नदी चो निकलती है दामोदर नदी ठीक है हुगली नहीं है हुगली चो निकलती है दामोदर नदी दामोदर है तो दामोदर नदी की है बंगाल दी सोरो ऑफ बंगाल समझ गए जी। चलो अगला क्वेश्चन है हु वाज द फर्स्ट मुगल अंपायर ऑफ इंडिया ये तो तुहानूं पता होगा पहला मुगल अंपायर कौन सी इंडिया का बाबर ठीक है बाबर सीगा सब तो पहला बाबर तो बाद कौन आया सी हमायूं तो बाद कौन आया सी अकबर तो बाद कौन आया सी जहांगीर ठीक है ये सारे तुहानूं पता होने चाहिए तो सब तो पहला कौन आया सी बाबर ठीक है बाबर ने किहड़ी लड़ाई सी पानीपत की लड़ाई लड़ी सी ते किहनूं हराता सी इब्राहिम लोधी नूं हरा के बाबर इंडिया च आया सीगा कदों 1526 दे विच आया सीगा इंडिया दे विच इब्राहिम लोधी नूं हरा के बाबर इंडिया दे विच आया सीगा ठीक है बैटल ऑफ पानीपत तो बाद ठीक है। चलो उस तो बाद मुगल शासन स्टार्ट हो गया सी बाबर आया सीगा सब तो पहला मुगल रूलर। चलो अगला क्वेश्चन है इंडस वैली सिविलाइजेशन ये हुणी पढ़ी सी ना इनू किस नाम तो जानते हैं आप एक ब्रॉन्ज एज के नाम तो ठीक है आई सी ना इंडस वैली सिविलाइजेशन जिन्हें इन्होंने आयरन नहीं पता सीगा आ सीगा क्वेश्चन इन्होंने आयरन नहीं पता सी हड़प्पा सिविलाइजेशन जी इन्होंने इंडस वैली सिविलाइजेशन भी कहने तो इनू एक होर नाम तो भी जानते किस नाम तो ब्रॉन्ज एज के नाम तो भी जानते हैं इन्होंने आयरन बारे नहीं पता सी ठीक है। अगला क्वेश्चन है हु प्रपोज द थ्योरी ऑफ रिलेटिविटी की कहती ई इजिकल टू एम सी स्केयर ई इजिकल टू एम सी स्केयर एम की है मास सी की है स्पीड ऑफ लाइट जे आप किसी मास में स्पीड ऑफ लाइट के स्केयर न भजा दी तो वो किस कन्वर्ट हो जाएगा एनर्जी कन्वर्ट हो जाएगा एक किने दी थी थ्योरी ये दी थी एल्बर्ट आइंस्टाइन ने ठीक है ये थोड़ा बस थोड़ा पता होना चाहिए एल्बर्ट आइंस्टाइन ने दी थी ये थ्योरी केड़ी थ्योरी दी थी एल्बर्ट आइंस्टाइन ने थ्योरी ऑफ रिलेटिविटी समझ गए जी। चलो अगला जो क्वेश्चन है वो है अपना अगला जो क्वेश्चन है वो है फीफा वर्ल्ड कप 2022 द विनर कौन सी फीफा वर्ल्ड कप 2022 द विनर सीगा अर्जेंटीना सीगा फीफा वर्ल्ड कप 2022 द विनर ये तुहानूं पता होना चाहिए अर्जेंटीना सीगा फीफा वर्ल्ड कप 2022 द विनर। ਜਿਹੜਾ ਲੋਅਰ ਹਾਊਸ ਹੁੰਦਾ ਇੰਡੀਅਨ ਪਾਰਲੀਮੈਂਟ ਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਲੋਕ ਸਭਾ ਅੱਪਰ ਹਾਊਸ ਨੂੰ ਕੀ ਕਹਿੰਦੇ ਹਾਂ ਅੱਪਰ ਹਾਊਸ ਨੂੰ ਕਹਿੰਦੇ ਰਾਜ ਸਭਾ ਅੱਪਰ ਹਾਊਸ ਨੂੰ ਕਹਿੰਦੇ ਆਪਾਂ ਰਾਜ ਸਭਾ ਕਹਿੰਦੇ ਲੋਅਰ ਹਾਊਸ ਨੂੰ ਕੀ ਕਹਿੰਦੇ ਲੋਕ ਸਭਾ ਕਹਿੰਦੇ ਹਾਂ। ਵਿਧਾਨ ਸਭਾ ਵਿਧਾਨ ਪਰਿਸ਼ਦ ਕਿੱਥੇ ਹੁੰਦੀ ਹੈ ਸਟੇਟ ਦੇ ਵਿੱਚ ਹੁੰਦੀ ਹੈ ਇਹ ਤਾਂ ਪਾਰਲੀਮੈਂਟ 'ਚ ਨਹੀਂ ਹੁੰਦੀ ਸਟੇਟ ਦੇ ਵਿੱਚ ਹੁੰਦੀ ਹੈ ਠੀਕ ਹੈ। ਤਾਂ ਕੀ ਆ ਜਾਏਗਾ ਲੋਅਰ ਹਾਊਸ ਨੂੰ ਆਪਾਂ ਲੋਕ ਸਭਾ ਕਹਿੰਦੇ ਹਾਂ ਇਹਨੂੰ ਆਪਾਂ ਇੱਕ ਹੋਰ ਨਾਮ ਤੋਂ ਵੀ ਕਹਿੰਦੇ ਹਾਂ ਹਾਊਸ ਆਫ ਕਾਮਨ ਹਾਊਸ ਆਫ ਪੀਪਲ ਦੇ ਨਾਮ ਤੋਂ ਵੀ ਜਾਂਦੇ ਹਾਊਸ ਆਫ ਪੀਪਲ ਦਾ ਹਾਊਸ ਹੁੰਦਾ ਠੀਕ ਹੈ। ਜਿਹੜਾ ਰਾਜ ਸਭਾ ਹੁੰਦਾ ਇਹਨੂੰ ਆਪਾਂ ਕਿਸ ਨਾਮ ਤੋਂ ਜਾਣਦੇ ਹਾਂ ਅੱਪਰ ਹਾਊਸ ਦੇ ਨਾਮ ਤੋਂ ਜਾਣਦੇ ਹਾਂ ਠੀਕ ਹੈ। इनू आप हाउस ऑफ स्टेट के नाम तो जानते ठीक है हाउस ऑफ स्टेट ये हाउस ऑफ पीपल। चलो अगला जो क्वेश्चन है रोमियो एंड जूलियट एक बुक है रोमियो एंड जूलियट ये ऑथर कौन है रोमियो एंड जूलियट के ऑथर कौन है विलियम शेक्सपीयर है ऑथर रोमियो एंड जूलियट बुक किने लिखी है रोमियो एंड जूलियट बुक लिखी है विलियम शेक्सपीयर ने लिखी रोमियो एंड जूलियट ठीक है। पहला बंदा किहड़ा सीगा जिहड़ा स्पेस ते गया सीगा नील आर्मस्ट्रॉन्ग नहीं है तो नील आर्मस्ट्रॉन्ग नाल जो नील आर्मस्ट्रॉन्ग सीगा पहला बंदा जिहड़ा मून ते गया सीगा ਹੁਣ ਸਪੇਸ ਦੇ ਵਿੱਚ ਕਿਹੜਾ ਗਿਆ ਸੀ ਪਹਿਲਾ ਬੰਦਾ ਉਹਦਾ ਨਾਮ ਸੀਗਾ ਯੂਰੀ ਗਾਰਗਿਨ ਸੀਗਾ ਜਿਹੜਾ ਸਪੇਸ 'ਤੇ ਗਿਆ ਸੀ ਮੂਨ 'ਤੇ ਨਹੀਂ ਪੁੱਛਿਆ ਹੋਇਆ ਕੁਐਸਚਨ ਗਲਤ ਨਾ ਕਰ ਦਿਓ ਜੇ ਮੂਨ 'ਤੇ ਆਊਗਾ ਤਾਂ ਨੀਲ ਆਰਮਸਟਰੌਂਗ ਆ ਜਾਊਗਾ ਪਰ ਇਹਨਾਂ ਨੇ ਪੁੱਛਿਆ ਸਪੇਸ 'ਚ ਕੀ ਆਊਗਾ ਯੂਰੀ ਗਾਰਗਿਨ ਸੀਗਾ ਜਿਹੜਾ ਸਭ ਤੋਂ ਪਹਿਲਾ ਬੰਦਾ ਸਪੇਸ 'ਤੇ ਗਿਆ ਸੀਗਾ। ਰਾਕੇਸ਼ ਸ਼ਰਮਾ ਕੌਣ ਸੀਗਾ ਜਿਹੜਾ ਸਭ ਤੋਂ ਪਹਿਲਾ ਇੰਡੀਅਨ ਸੀਗਾ ਜਿਹੜਾ ਆਪਣਾ ਮੂਨ 'ਤੇ ਗਿਆ ਸੀਗਾ ਠੀਕ ਹੈ। ਇਹ ਪਟਿਆਲੇ ਤੋਂ ਵੀ ਸੀਗਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਥੋੜ੍ਹਾ ਜਿਹਾ ਇਹ ਪਟਿਆਲੇ ਤੋਂ ਸੀਗਾ ਅਤੇ ਪਹਿਲਾ ਇੰਡੀਅਨ ਸੀਗਾ ਜਿਹੜਾ ਕਿੱਥੇ ਗਿਆ ਸੀਗਾ ਸਪੇਸ 'ਚ ਗਿਆ ਸੀਗਾ ठीक है स्पेस ते मून ते ठीक है। अगला जो क्वेश्चन है लार्जेस्ट मैमल कि लार्जेस्ट मैमल सब तो बड़ा जीव कि अपने एलीफेंट नहीं है ब्लू वेल है ठीक है। ब्लू वेल की सब तो बड़ी जीव है अपने सब तो बड़ी जीव है अपने कंट्री के अपने वर्ल्ड के सब तो बड़ी जीव की है ब्लू वेल सब तो बड़ी ठीक है। चलो अगला जो क्वेश्चन है वो है विच मैटल इज़ यूज इन मेकिंग इलैक्ट्रिक वायर जी अपनी तारा होंगे ने घरे बिजली की तारा वो कि बनी होंगे ने वो बनी होंगे ने कॉपर नाल ठीक है कॉपर नाल तांबे नाल बनी होंगे तो आंसर क्या आ जाएगा कॉपर आ जाएगा समझ गए उरे तक। चलो जो अगला क्वेश्चन है वो है सॉइल के उत्ते द फर्टाइल सॉइल ऑफ पंजाब इज मेनली बिकॉज ऑफ देखो फर्टाइल सॉइल पंजाब की सॉइल मिलती है एलुवियल मिट्टी मिलती है देखो क्यों मिलती है जो अपनी नदियाँ होंगे नदियाँ अपने नाल की लैके आते मिट्टियाँ लैके आती मिट्टी लैके आती है सैडीमेंट जो सैडीमेंट जमा होकर ना मिट्टी बन जाती है इस तरह की मिट्टी में आप कहने एलुवियल सॉइल कहते हैं ठीक है। जिमें सैडीमेंट्स आके इकट्ठे हो गए ना नदी करके इस तरह की आप सॉइल में कहने एलुवियल सॉइल कहते हैं। पंजाब कि नदी कि मिट्टी मिलती है एलुवियल सॉइल मिलती है ठीक है। ये डेल्टा कारण बनती है तो नदियाँ कारण बनती होंगी एलुवियल सॉइल
समझ गए उधर तक? ठीक है। विच एशियन टैक्स मैंशन पंजाब का नाम सप्त सिंधु किहड़े एशियन टैक्स के लिखा हुआ है? सप्त सिंधु पंजाब का नाम किहड़े एशियन टैक्स के लिखा हुआ है? ऋग्वेद विच पंजाब का नाम की लिखा हुआ है? सप्त सिंधु के नाम तो लिखा हुआ है। ठीक है, समझ गए जी। चलो ये आप क्वेश्चन पहला भी किया। वारिस शाह ने इन्होंने की लिखे हीर रांझा। हीर बुक किने लिखी थी? वारिस शाह ने। ये आप हुणी करके भी आए हैं। ठीक है, जो क्वेश्चन रिपीट होंगे ने ਤਾਂ ਕਰਕੇ ਜਿਹੜੇ ਆ क्वेश्चन करा रहे हैं बहुत इंपॉर्टेंट ने। ये सारे तुम चंगी तरह याद करने चाहिए, नोट्स बनाने। ठीक है, ਜਿਹੜੀ भी इंपॉर्टेंट पॉइंट लगाना। ठीक है, अगला क्वेश्चन ਜਿਹੜਾ ਹੈਗਾ ਮੁਗਲ एडमिनिस्ट्रेशन प्रमोटेड ਮੁਗਲ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹ ਕਿਹੜੀ ਲੈਂਗੁਏਜ ਦੇ ਵਿੱਚ ਸੀਗੀ? ਉਹ ਬੇਸਿਕਲੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਸੀਗੀ। ਮੁਗਲ ਜਿਹੜੀ ਐਡਮਿਨਿਸਟ੍ਰੇਸ਼ਨ ਕਿਹੜੀ ਲੈਂਗੁਏਜ ਸੀ? ਪਰਸ਼ੀਅਨ। ਪੰਜਾਬੀ 'ਚ ਤਾਂ ਹੋਣੀ ਨਹੀਂ, ਸੰਸਕ੍ਰਿਤ ਦੇ ਵਿੱਚ ਵੀ ਨਹੀਂ ਹੈਗੀ। ਸੰਸਕ੍ਰਿਤ ਵਿੱਚ ਤਾਂ ਆਪਣੇ ਜੈਨਿਜ਼ਮ ਨੇ ਉਹ ਨੇ, ਅਰੈਬਿਕ ਦੇ ਵਿੱਚ ਵੀ ਨਹੀਂ ਹੈਗੀ। ਤਾਂ ਪਰਸ਼ੀਅਨ ਲੈਂਗੁਏਜ ਦੇ ਵਿੱਚ ਸੀਗੀ ਕਿਹੜੀ? ਮੁਗਲ ਦੀ ਐਡਮਿਨਿਸਟ੍ਰੇਸ਼ਨ। ਠੀਕ ਹੈ, ਸਮਝ ਗਏ ਉਰੇ ਤੱਕ? ਚਲੋ ਅਗਲਾ ਹੈ ਗੁਰੂ ਅਰਜਨ ਦੇਵ ਜੀ ਕੰਪਾਈਲਡ। ਗੁਰੂ ਅਰਜਨ ਦੇਵ ਨੇ ਕੀ ਕੰਪਾਈਲ ਕੀਤਾ ਸੀਗਾ? ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ। ਜਿਹੜਾ ਆਦਿ ਗ੍ਰੰਥ ਸੀਗਾ ਕਿਹਨੇ ਕੰਪਾਈਲ ਕੀਤਾ ਸੀਗਾ? ਗੁਰੂ ਅਰਜਨ ਦੇਵ ਜੀ ਨੇ। ਸਮਝ ਗਏ ਉਰੇ ਤੱਕ? ਠੀਕ ਹੈ, ਚਲੋ ਹੁਣ ਆਪਣੇ ਜਿਹੜੇ ਕੁਐਸਚਨ ਹੋਰ ਰਹਿ ਗਏ ਸੀ ਉਹ ਦੇਖਦੇ ਹਾਂ। ਠੀਕ ਹੈ, ਹੁਣ ਜਿਹੜਾ ਅਗਲਾ ਕੁਐਸਚਨ ਹੈਗਾ ਇਹ ਥੋੜ੍ਹਾ ਕਰੰਟ ਅਫੇਅਰ ਦੇ ਉੱਤੇ ਕੁਐਸਚਨ ਹੈ। ਦ ਨੈਸ਼ਨਲ ਸੈਂਟਰ ਫॉर ਪੋਲਰ ਐਂਡ ਓਸ਼ਨ ਰਿਸਰਚ। ਠੀਕ ਹੈ, ਇਹਦਾ ਨਾਮ ਕੀ ਹੈ? NSNCPOR। ਦ ਨੋਡਲ ਏਜੰਸੀ ਫॉर ਇੰਡੀਅਨ ਮਿਸ਼ਨ ਟੂ ਅੰਟਾਰਕਟਿਕਾ ਐਂਡ ਆਰਟਿਕ ਇਨ ਲੋਕੇਟਡ ਇਨ ਵਿਚ ਸਟੇਟ। ਠੀਕ ਹੈ, ਦੇਖੋ ਜਿਹੜਾ ਆਪਣਾ ਪੂਰਾ ਦੇਸ਼ ਹੈ ਨਾ ਇਹਦੇ ਵਿੱਚ ਦੋ ਆਪਣੇ ਕੌਂਟੀਨੈਂਟ ਨੇ, ਅੰਟਾਰਕਟਿਕਾ ਅਤੇ ਆਰਟਿਕ। ਅੰਟਾਰਕਟਿਕਾ ਅਤੇ ਆਰਟਿਕ ਓਸ਼ਨ ਹੈ ਕਿਸੇ ਵੀ ਕੰਟਰੀ ਦੇ ਅੰਡਰ ਨਹੀਂ ਹੈ। ਜਿਵੇਂ ਇੰਡੀਆ ਦਾ ਆਪਣੇ ਇੰਡੀਅਨ ਦੇ ਅੰਦਰ ਹੈ ਨਾ, ਐਵੇਂ ਇਹ ਆਰਟਿਕ ਅਤੇ ਅੰਟਾਰਕਟਿਕ ਓਸ਼ਨ ਹੈ ਸਾਰੀ ਕੰਟਰੀ ਦਾ ਸਾਂਝਾ ਹੈ। ਠੀਕ ਹੈ, ਸਾਂਝਾ ਹੈ। ਇੱਥੇ ਕੋਈ ਵੀ ਆ ਕੇ ਰਿਸਰਚ ਕਰ ਸਕਦਾ ਹੈ। ਇਹ ਬਰਫ ਨਾਲ ਢਕਿਆ ਹੋਇਆ। ਠੀਕ ਹੈ, ਬਰਫ ਨਾਲ ਢਕਿਆ ਹੋਇਆ, ਇੱਥੇ ਕੋਈ ਵੀ ਆ ਕੇ ਰਿਸਰਚ ਕਰ ਸਕਦਾ ਹੈ। ਠੀਕ ਹੈ, ਐਵੇਂ ਕਰਕੇ ਇੰਡੀਆ ਨੇ ਵੀ ਉਰੇ ਰਿਸਰਚ ਸੈਂਟਰ ਬਣਾਏ ਹੋਏ ਨੇ। ਕਿੱਥੇ? ਜਿੱਥੇ ਬਰਫ ਦੇ ਰੀਜਨ ਹੈ ਨਾ ਅੰਟਾਰਕਟਿਕਾ ਅਤੇ ਆਰਟਿਕ ਦੇ ਵਿੱਚ, ਇੱਥੇ ਇੰਡੀਅਨ ਨੇ ਵੀ ਕੀ ਬਣਾਏ ਹੋਏ ਨੇ? ਬਰਫ ਦੇ ਰੀਜਨ ਬਣਾਏ ਹੋਏ ਨੇ ਆਰਟਿਕ ਅਤੇ ਅੰਟਾਰਕਟਿਕਾ ਦੇ ਵਿੱਚ। ਠੀਕ ਹੈ, ਹੁਣ ਜਿਹੜੇ ਇੱਥੇ ਕੌਣ ਜਾਂਦਾ ਅਤੇ ਇੱਥੇ ਰਿਸਰਚ ਵਗੈਰਾ ਕੰਪਾਈਲ ਹੋ ਕੇ ਇੰਡੀਆ ਦੇ ਵਿੱਚ, ਇੱਥੇ ਰਿਸਰਚ ਵਗੈਰਾ ਕੰਪਾਈਲ ਹੋ ਕੇ ਇੰਡੀਆ ਦੇ ਵਿੱਚ ਕਿੱਥੇ ਆਉਂਦੀਆਂ ਨੇ? ਉਹ ਆਉਂਦੀਆਂ ਨੇ ਗੋਆ ਦੇ ਵਿੱਚ। ਠੀਕ ਹੈ, ਗੋਆ ਦੇ ਵਿੱਚ ਹੈ ਇਹਦਾ ਆਪਣਾ ਨੈਸ਼ਨਲ ਸੈਂਟਰ ਆਫ ਪੋਲਰ, ਇਹਦਾ ਨੋਡਲ ਏਜੰਸੀ ਦਾ ਕਿੱਥੇ ਲੋਕੇਟਡ ਹੈ? ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਕਿੱਥੇ ਹੈ? ਗੋਆ ਦੇ ਵਿੱਚ। ਠੀਕ ਹੈ, ਸਮਝ ਗਏ ਉਰੇ ਤੱਕ? ਗੋਆ ਦੇ ਵਿੱਚ ਆਪਣੀ ਜਿਹੜੀ ਨੈਸ਼ਨਲ ਸੈਂਟਰ ਫॉर ਪੋਲਰ ਓਸ਼ਨ ਐਂਡ ਰਿਸਰਚ। ਠੀਕ ਹੈ, ਸਮਝ ਗਏ ਵੀ ਆ ਜਿਹੜਾ ਆਰਟਿਕ ਦੇ ਵਿੱਚ ਕੌਣ ਜਾਏਗਾ? ਠੀਕ ਹੈ, ਜਿਹੜੀ ਆਰਟਿਕ ਦੀ ਰਿਸਰਚ ਵਗੈਰਾ ਹੋਏਗੀ ਉਹਦੀ ਰਿਪੋਰਟ ਵਗੈਰਾ ਕਿੱਥੇ ਆਉਂਦੀ ਹੈ? ਗੋਆ ਦੇ ਵਿੱਚ ਆਉਂਦੀ ਹੈ। ਕਿਹਦੇ ਕੋਲ ਆਉਂਦੀ ਹੈ? NCPOR, ਗੋਆ ਦੇ ਵਿੱਚ। ਠੀਕ ਹੈ, ਇੱਥੇ ਇੱਕ ਆਈਲੈਂਡ ਹੈ ਵਾਸਕੋ ਡੀ ਗਾਮਾ ਆਈਲੈਂਡ, ਉੱਥੇ ਹੈ ਬੇਸਿਕਲੀ ਇਹ। ਠੀਕ ਹੈ, ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਇਹ ਵੀ ਕਰੰਟ ਦਾ ਕੁਐਸਚਨ ਹੈ। ਹੂ ਇਮਰਜ ਐਜ਼ ਦ ਚੈਂਪੀਅਨ ਇਨ ਦ ਮੈਨ ਸਿੰਗਲ ਕੈਟੇਗਰੀ ਐਟ 2025 ਆਸਟ੍ਰੇਲੀਆ ਓਪਨ ਗ੍ਰੈਂਡ ਸਲੈਮ ਟੈਨਿਸ। ਆਸਟ੍ਰੇਲੀਆ ਓਪਨ ਗ੍ਰੈਂਡ ਸਲੈਮ ਟੈਨਿਸ ਜਿਹੜਾ ਹੋਇਆ ਸੀਗਾ, ਆਸਟ੍ਰੇਲੀਆ ਓਪਨ ਗ੍ਰੈਂਡ ਸਲੈਮ ਟੈਨਿਸ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਮੈਨ ਸਿੰਗਲ ਦੇ ਵਿੱਚ ਕੌਣ ਵਿਜੇਤਾ ਰਿਹਾ ਸੀਗਾ? ਉਹ ਸੀਗਾ ਜੈਨਿਕ ਸੀਨਰ। ਇਹ 'ਚ ਵਿਜੇਤਾ ਰਿਹਾ ਸੀਗਾ ਜੈਨਿਕ ਸੀਨਰ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਇਹ ਵੀ ਰਿਪੀਟ ਹੋ ਸਕਦਾ ਕੁਐਸਚਨ, ਤਾਂ ਇਹਨੂੰ ਵੀ ਪਤਾ ਹੋਣਾ ਚਾਹੀਦਾ। ਠੀਕ ਹੈ, ਕੁਐਸਚਨ ਵਿਚ ਇੰਡੀਅਨ ਕਪ ਸਿਰਪ ਵਾਸ ਰੀਸੈਂਟਲੀ 2025 ਫਲੈਗਡ ਸਬਸਟੈਂਡ ਮਤਲਬ ਘਟੀਆ। ਸਬਸਟੈਂਡ ਦਾ ਮਤਲਬ ਕੀ ਹੁੰਦਾ? ਘਟੀਆ ਬਾਏ WHO ਨੇ ਕਿਹੜੇ ਕਪ ਸਿਰਪ ਨੂੰ ਘਟੀਆ ਬੋਲਿਆ? ਇਹਦਾ ਕਫਨੀਲ ਨਹੀਂ ਹੈਗਾ ਆਨਸਰ, ਇਹਦਾ ਹੈਗਾ ਕੋਲਡ ਡਰਿਫਟ। ਕਿਉਂ ਘਟੀਆ ਬੋਲਿਆ? ਕਿਉਂਕਿ ਇਹਦੇ ਕਾਰਨ ਨਾ ਇਹ ਮਹਾਰਾਸ਼ਟਰ ਦੀ ਕਪ ਸਿਰਪ ਕੰਪਨੀ ਸੀਗੀ, ਇਹਦੇ 3 ਕਪ ਸਿਰਪਸ ਨੂੰ ਬੋਲਿਆ ਸੀ ਘਟੀਆ। ਇੱਕ ਤਾਂ ਕੋਲਡ ਡਰਿਫਟ ਸੀਗਾ ਉਹਦੇ ਵਿੱਚ। ਠੀਕ ਹੈ, ਇਹਦੇ ਕਾਰਨ ਮਹਾਰਾਸ਼ਟਰ ਦੇ ਵਿੱਚ 20 ਜਵਾਕਾਂ ਦੀ ਮੌਤ ਹੋ ਗਈ ਸੀਗੀ। ਠੀਕ ਹੈ, 20 ਜਵਾਕ ਇਹਦੇ ਕਰਕੇ ਮਰ ਗਏ ਸੀਗੇ ਮਹਾਰਾਸ਼ਟਰ ਵਿੱਚ। ਤਾਂ ਹੀ WHO ਨੇ ਇਹਨੂੰ ਘਟੀਆ ਬੋਲਿਆ ਕੋਲਡ ਡਰਿਫਟ ਨੂੰ। ਕੋਲਡ ਡਰਿਫਟ ਇੱਕ ਕਪ ਸਿਰਪ ਹੈ ਜਿਹੜਾ ਜਵਾਕਾਂ ਨੂੰ ਮਿਲਦਾ। ਠੀਕ ਹੈ, ਚਲੋ ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਫੰਡਾਮੈਂਟਲ ਯੂਨਿਟ ਡੈਟ ਕੈਰੀ ਆਊਟ ਲਾਈਫ ਪ੍ਰੋਸੈਸਿਸ ਇੰਡੀਪੈਂਡੈਂਟਲੀ। ਠੀਕ ਹੈ, ਹੇਠਾਂ ਲਿਖੇ ਵਿੱਚ ਕਿਹੜਾ ਇੱਕ ਹੈ ਜੋ ਜੀਵਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦਾ ਹੈ? ਕਿਹੜਾ ਉਹ ਜਿਹੜੇ ਜੀਵਨ ਦੀ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਦਾ? ਸਭ ਤੋਂ ਛੋਟਾ ਉਹ ਸੈੱਲ ਹੈ। ਸਭ ਤੋਂ ਛੋਟਾ ਆਪਣਾ ਜਿਹੜਾ ਯੂਨਿਟ ਹੈ ਨਾ ਬੋਡੀ ਦਾ ਸੈੱਲ ਹੈ। ਸੈੱਲ ਤੋਂ ਜੋ ਸੈੱਲ ਖਾਲਸਾ ਸੈੱਲ ਆਪਸ ਵਿੱਚ ਮਿਲ ਜਾਂਦੇ ਤਾਂ ਕੀ ਬਣ ਜਾਂਦੇ? ਟਿਸ਼ੂ ਬਣ ਜਾਂਦੇ। ਖਾਲਸਾ ਟਿਸ਼ੂ ਜਦੋਂ ਆਪਸ ਵਿੱਚ ਮਿਲ ਜਾਂਦੇ ਤਾਂ ਕੀ ਬਣ ਜਾਂਦਾ? ਖਾਲਸਾ ਟਿਸ਼ੂ ਜਦੋਂ ਆਪਸ ਵਿੱਚ ਮਿਲ ਜਾਂਦੇ ਤਾਂ ਆਪਣਾ ਕੀ ਬਣ ਜਾਂਦਾ? ਇੱਕ ਔਰਗਨ ਬਣ ਜਾਂਦਾ। ਫਿਰ ਖਾਲਸਾ ਜੋ ਔਰਗਨ ਜਿਵੇਂ ਲੀਵਰ ਵਗੈਰਾ ਹੋ ਗਿਆ, ਲੀਵਰ ਹੋ ਗਿਆ, ਹਾਰਟ ਹੋ ਗਿਆ, ਫਿਰ ਖਾਲਸਾ ਸਾਰੇ ਔਰਗਨ ਜੋ ਮਿਲ ਜਾਂਦੇ ਫਿਰ ਕੀ ਬਣ ਜਾਂਦੇ? ਔਰਗਨ ਸਿਸਟਮ ਬਣ ਜਾਂਦਾ। ਸਮਝ ਗਏ ਉਰੇ ਤੱਕ? ਫਿਰ ਉਸ ਤੋਂ ਬਾਅਦ ਕੀ ਬਣ ਜਾਂਦਾ? ਔਰਗਨ ਸਿਸਟਮ ਬਣ ਜਾਂਦਾ। ਠੀਕ ਹੈ, ਚਲੋ ਹੁਣ ਅਗਲੇ ਕੁਐਸਚਨ ਚੱਲਦੇ ਹਾਂ। ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਅਕੋਰਡਿੰਗ ਟੂ ਰੀਸੈਂਟ ਡਾਟਾ ਐਜ਼ ਪਰ IRENA ਰੀਸਟੈਟਿਕ 2025। ਠੀਕ ਹੈ, ਇਹਨਾਂ ਨੇ ਇਹ ਡਾਟਾ ਕੱਢਿਆ IRENA ਨੇ। ਠੀਕ ਹੈ, ਵਟ ਇਜ਼ ਦ ਇੰਡੀਅਨ ਗਲੋਬਲ ਰੈਂਕ ਇਨ ਦਾ ਟਰਮ ਆਫ ਟੋਟਲ ਇੰਸਟਾਲਮੈਂਟ ਆਫ ਰੀਨਿਊਏਬਲ ਐਨਰਜੀ।
ਬੀ ਰੀਨਿਊਏਬਲ એનર્ਜੀ ਟੋਟਲ ਇੰਸਟਾਲ ਦੇ ਵਿੱਚ ਇੰਡੀਆ ਦੀ ਰੈਂਕ ਕਿੰਨੀ ਹੈ 4th ਹੈ। ਰੀਨਿਊਏਬਲ એનર્ਜੀ ਜਿਹੜੀ ਆਪਾਂ ਰੀਯੂਜ਼ ਕਰ ਸਕਦੇ ਜਿਵੇਂ ਸੋਲਰ એનર્ਜੀ ਹੋ ਗਈ, ਵਿੰਡ એનર્ਜੀ ਹੋ ਗਈ, ਠੀਕ ਹੈ। ਤਾਂ ਇਹਦੇ ਵਿੱਚ ਪੂਰੇ ਦੁਨੀਆ 'ਚ ਇੰਡੀਆ ਦੀ ਰੈਂਕ ਕਿੰਨੀ ਹੈ 4th ਹੈ, ਠੀਕ ਹੈ। ਵਿੰਡ એનર્ਜੀ ਹੋ ਗਈ, ਸੋਲਰ ਵਿੰਡ એનર્ਜੀ ਚੱਕ ਵਿੰਡ ਮਿਲ ਲਗਾਤੇ ਤੇ ਸੋਲਰ ਪੈਨਲ, ਇਹਦੇ ਵਿੱਚ ਇੰਡੀਆ ਦੀ ਰੈਂਕ ਕਿੰਨੀ ਹੈ 4th ਹੈ। ਤੁਹਾਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ, ਠੀਕ ਹੈ। ਇਹ ਯਾਦ ਹੀ ਕਰ ਲਿਓ, ਠੀਕ ਹੈ। 4th 2026 'ਚ ਵੀ 4th ਹੀ ਰਹੂਗੀ ਜੇ ਨਵੀਂ ਰਿਪੋਰਟ ਵੀ ਆਊਗੀ, ਕਿਉਂਕਿ ਹਜੇ ਤੱਕ ਆਪਾਂ ਇੰਨੇ ਵਧਾ ਨਹੀਂ ਸਕੇ, ਠੀਕ ਹੈ। ਹੁਣ ਸਤੰਬਰ 2025 ਵਿੱਚ ਇੱਕ ਪ੍ਰੋਟੈਸਟ ਦੇਖਿਆ ਹੋਊਗਾ ਜ਼ੈਨਜੀ ਦੇ ਨਾਮ 'ਤੇ, ਜ਼ੈਨਜੀ ਦੇ ਨਾਮ 'ਤੇ ਇੱਕ ਪ੍ਰੋਟੈਸਟ ਦੇਖਿਆ ਹੋਊਗਾ ਕਿੱਥੇ, ਨੇਪਾਲ ਦੇ ਵਿੱਚ। ਇਹ ਕਿਉਂ ਹੋਇਆ ਸੀਗਾ? ਇਹ ਹੋਇਆ ਸੀਗਾ ਕਿਉਂਕਿ ਨੇਸ਼ਨ ਵਾਈਡ ਬੈਨ ਕਰਤੀਆਂ ਸਰਵਰ ਸੋਸ਼ਲ ਮੀਡੀਆ ਪਲੇਟਫਾਰਮ, ਕੋਈ ਸੋਸ਼ਲ ਮੀਡੀਆ ਪਲੇਟਫਾਰਮ ਸਰਵਰ ਸੋਸ਼ਲ ਮੀਡੀਆ ਪਲੇਟਫਾਰਮ ਬੈਨ ਕਰਤੇ ਸੀ ਕਿਹਨੇ, ਨੇਪਾਲ ਨੇ। ਤਾਂ ਕਰਕੇ ਜ਼ੈਨਜੀ ਦੀ ਵਜ੍ਹਾ ਸੇ ਪ੍ਰੋਟੈਸਟ ਹੋਇਆ ਸੀਗਾ, ਠੀਕ ਹੈ। ਜਿਵੇਂ ਇੰਸਟਾਗ੍ਰਾਮ ਵਗੈਰਾ, ਫੇਸਬੁੱਕ ਵਗੈਰਾ, ਐਵੇਂ ਕੁਛ ਸਰਵਰ ਸੋਸ਼ਲ ਮੀਡੀਆ ਪਲੇਟਫਾਰਮ ਬੈਨ ਕਰਤੇ ਸੀ ਨੇਪਾਲ ਨੇ, ਉਹਦੇ ਕਰਕੇ ਜ਼ੈਨਜੀ ਪ੍ਰੋਟੈਸਟ ਹੋਇਆ ਸੀ ਬਹੁਤ ਵੱਡਾ, ਠੀਕ ਹੈ। ਸਮਝ ਗਏ? ਨੇਪਾਲ ਦੇ ਵਿੱਚ ਹਾਰਟ ਐਂਡ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਨੂੰ ਕਿਹਨੇ ਆਰਟੀਕਲ ਨੂੰ ਕਹਿੰਦੇ? ਆਰਟੀਕਲ 32। ਜਿਹੜਾ ਰੀਟਸ ਹੁੰਦੀਆਂ ਨੇ ਇਹਦੇ ਵਿੱਚ 4 ਰੀਟਸ ਹੁੰਦੀਆਂ ਨੇ, ਠੀਕ ਹੈ। ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। ਅੱਜ ਦਾ ਤੁਹਾਡਾ ਹੋ ਗਿਆ ਜਿਹੜੇ 4 ਰੀਟਸ ਆਉਂਦੀਆਂ ਨੇ ਆਰਟੀਕਲ 32 ਦੇ ਵਿੱਚ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। ਇਹਨੂੰ ਹਾਰਟ ਔਫ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਬੋਲਦੇ ਨੇ, ਠੀਕ ਹੈ। ਕਿਹਨੂੰ? ਆਰਟੀਕਲ 32 ਨੂੰ। 4 ਰੀਟਸ ਆਉਂਦੀਆਂ ਨੇ, ਉਹ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜੇ 4 ਰੀਟਸ ਆਉਂਦੀਆਂ ਨੇ, ਠੀਕ ਹੈ। ਇਹ ਹਾਰਟ ਐਂਡ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਕਿਹਨੇ ਸੀਗਾ? ਇਹ ਵੀ ਤੁਹਾਨੂੰ ਪਤਾ ਹੋਣਾ, ਡਾਕਟਰ ਅੰਬੇਦਕਰ ਜੀ ਨੇ ਕਿਹਾ ਸੀਗਾ, ਬਾਬਾ ਸਾਹਿਬ ਨੇ, ਵੀ ਆਰਟੀਕਲ 32 ਕੀ ਹੈ ਆਪਣਾ ਹਾਰਟ ਐਂਡ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਹੈ। ਅਤੇ ਇਹਦੇ ਵਿੱਚ 4 ਰੀਟਸ ਆਉਂਦੀਆਂ, ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜੀ 4 ਰੀਟਸ ਆਉਂਦੀਆਂ ਨੇ, ਠੀਕ ਹੈ। ਅਗਲਾ ਕੁਐਸਚਨ, ਇਨ ਵਿਚ ਲੇਅਰ ਆਫ ਅਰਥ ਐਟਮੋਸਫੇਅਰ ਇਜ਼ ਪ੍ਰੋਟੈਕਟਿਵ ਓਜ਼ੋਨ। ਪ੍ਰੋਟੈਕਟਿਵ ਓਜ਼ੋਨ ਕਾਮਨਲੀ ਰੈਫਰ ਟੂ ਗੁੱਡ ਓਜ਼ੋਨ ਪ੍ਰਾਇਮਰੀ ਕੰਸਰਨ, ਠੀਕ ਹੈ। ਕਹਿੰਦੇ ਓਜ਼ੋਨ ਲੇਅਰ ਕਿਹੜੀ, ਬੇਸਿਕਲੀ ਇਹਦੇ ਵਿੱਚ ਇਹੀ ਪੁੱਛਿਆ ਵੀ ਓਜ਼ੋਨ ਲੇਅਰ ਕਿੱਥੇ ਹੁੰਦੀ ਹੈ, ਠੀਕ ਹੈ। ਓਜ਼ੋਨ ਲੇਅਰ ਕਿੱਥੇ ਹੁੰਦੀ ਹੈ ਆਪਣੀ? ਦੇਖੋ ਸਭ ਤੋਂ ਨੀਚੇ ਹੁੰਦੀ ਹੈ ਆਪਣੀ ਟ੍ਰੋਪੋਸਫੇਅਰ, ਉਸ ਤੋਂ ਉੱਪਰ ਹੁੰਦੀ ਹੈ ਆਪਣੀ ਸਟੈਟੋਸਫੇਅਰ, ਠੀਕ ਹੈ। ਸਟੈਟੋਸਫੇਅਰ ਦੇ ਵਿੱਚ ਹੀ ਕੀ ਹੁੰਦੀ ਹੈ ਆਪਣੀ ਓਜ਼ੋਨ ਲੇਅਰ ਹੁੰਦੀ ਹੈ। ਸਟੈਟੋਸਫੇਅਰ ਦੇ ਵਿੱਚ ਹੀ ਕਹਿੰਦੇ ਓਜ਼ੋਨ ਲੇਅਰ। ਇਹ ਕੀ ਤੋਂ ਪ੍ਰੋਟੈਕਟ ਕਰਦੀ ਹੈ ਆਪਾਂ ਨੂੰ? ਯੂਵੀ ਰੇਸ ਤੋਂ, ਠੀਕ ਹੈ। ਜੋ ਯੂਵੀ ਰੇਸ ਆਉਂਦੀਆਂ ਨੇ, ਯੂਵੀ ਰੇਸ ਅਰਥ ਤੱਕ ਨਹੀਂ ਪਹੁੰਚਣ ਦਿੰਦੀ। ਜਿਹੜੀ ਯੂਵੀ ਰੇਸ ਹੁੰਦੀ ਆਪਣੀ ਸਕਿਨ ਵਾਸਤੇ ਬਹੁਤ ਖਰਾਬ ਹੁੰਦੀ ਹੈ, ਸਕਿਨ ਜਲਾ ਦਿੰਦੀ ਹੈ, ਠੀਕ ਹੈ। ਯੂਵੀ ਰੇਸ, ਇਹ ਯੂਵੀ ਰੇਸ ਨੂੰ ਕਹਿੰਦੇ ਬਾਊਂਸ ਬੈਕ ਕਰ ਦਿੰਦਾ। ਬਟ ਇਹਦੇ ਵਿੱਚ ਓਜ਼ੋਨ ਲੇਅਰ ਦੇ ਵਿੱਚ ਕੀ ਕਰਦੇ ਨੇ, ਕਈ ਵਾਰੀ ਗਲੀਆਂ ਹੋ ਜਾਂਦੀਆਂ, ਠੀਕ ਹੈ। ਕਿਉਂ? ਕਲੋਰੋਫਲੋਰੋ ਕਾਰਬਨ ਕਰਕੇ, ਠੀਕ ਹੈ। ਜਿਹੜਾ ਆਪਣਾ ਸਬਸਟੈਂਸ ਹੈ ਉਹਨੂੰ ਆਪਾਂ ਬੈਨ ਕਰਤਾ, ਠੀਕ ਹੈ। ਹੁਣ ਉਹਨੂੰ ਆਪਾਂ ਬੈਨ ਕਰਤਾ, ਪਰ ਹੁਣ ਉਹਨੂੰ ਯੂਜ਼ ਨਹੀਂ ਕਰਦੇ। ਪਹਿਲਾਂ ਆਪਾਂ ਰੈਫਰੀਜਰੇਟਰ ਵੀ ਯੂਜ਼ ਕਰਦੇ ਸੀਗੇ, ਜਿਹਦੇ ਕਰਕੇ ਇਹਦੇ ਵਿੱਚ ਕੀ ਹੁੰਦਾ ਸੀ, ਹੋਲਸ ਹੋ ਜਾਂਦੇ ਸੀ, ਯੂਵੀ ਰੇਸ ਅੰਦਰ ਆ ਜਾਂਦੀਆਂ ਸੀਗੀਆਂ। ਤਾਂ ਇਹ ਜਿਹੜਾ ਓਜ਼ੋਨ ਲੇਅਰ ਜਿਹੜੀ ਪ੍ਰੋਟੈਕਟ ਕਰਦੀ ਹੈ, ਇਹ ਕਿੱਥੇ ਪਾਈ ਜਾਂਦੀ ਹੈ? ਆਪਾਂ ਨੂੰ ਸਟੈਟੋਸਫੇਅਰ ਦੇ ਵਿੱਚ ਮਿਲਦੀ ਹੈ। ਕਿਹੜੀ? ਓਜ਼ੋਨ ਲੇਅਰ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਓਜ਼ੋਨ ਲੇਅਰ ਕਿੱਥੇ ਹੁੰਦੀ ਹੈ? ਸਟੈਟੋਸਫੇਅਰ ਦੇ ਵਿੱਚ ਮਿਲਦੀ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਦ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ એનર્ਜੀ, ਠੀਕ ਹੈ। MRE, ਇਹਦੀ ਫੁੱਲ ਫੋਰਮ ਪੁੱਛ ਸਕਦੇ ਤਾਂ ਕੀ ਹੈ? ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ એનર્ਜੀ, ਠੀਕ ਹੈ। ਇਜ਼ ਸੈਟ ਟੂ ਹੋਸਟ ਥਰਡ ਐਡੀਸ਼ਨ ਹੋਊਗਾ ਇੰਟਰਨੈਸ਼ਨਲ ਕਾਨਫਰੰਸ ਇਨ ਦਿੱਲੀ, ਠੀਕ ਹੈ। ਤਾਂ ਵਿੱਚ ਉਹਦਾ ਨਾਮ ਕੀ ਹੈ? ਸੈਟ ਟੂ ਹੋਸਟ ਥਰਡ ਐਡੀਸ਼ਨ ਆਫ ਵਿਚ ਇੰਟਰਨੈਸ਼ਨਲ ਕਾਨਫਰੰਸ ਇਨ ਨਿਊ ਦਿੱਲੀ। ਤਾਂ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਇੰਟਰਨੈਸ਼ਨਲ ਕਾਨਫਰੰਸ ਔਨ ਗ੍ਰੀਨ ਹਾਈਡਰੋਜਨ। ਇੰਟਰਨੈਸ਼ਨਲ ਕਾਨਫਰੰਸ ਔਨ ਨਿਊ ਗ੍ਰੀਨ ਹਾਈਡਰੋਜਨ, ਠੀਕ ਹੈ। ਇਹ ਆਪਣੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੈ, ਦਿੱਲੀ 'ਚ ਹੋਊਗੀ, ਠੀਕ ਹੈ, 2025 ਦੇ ਵਿੱਚ। ਸਮਝ ਗਏ ਜੀ? ਚਲੋ ਅਗਲਾ ਕੁਐਸਚਨ ਹੈ ਕ੍ਰਿਸਮਸ ਆਈਲੈਂਡ ਜਿਹੜਾ ਕ੍ਰਿਸਮਸ ਆਈਲੈਂਡ ਜਿਹੜਾ ਹੈਗਾ ਕਿਹਦਾ? ਇਹ ਵੀ ਪੁੱਛ ਸਕਦੇ। ਕ੍ਰਿਸਮਸ ਆਈਲੈਂਡ ਕਿਹਦਾ? ਆਸਟ੍ਰੇਲੀਆ ਦਾ। ਕ੍ਰਿਸਮਸ ਜਿਵੇਂ ਆਪਣੇ ਅੰਡੋਮਾਨ ਨਿਕੋਬਾਰ ਆਈਲੈਂਡ ਆਪਣੇ ਨੇ ਇੰਡੀਆ ਦੇ, ਲਕਸ਼ਦੀਪ ਆਈਲੈਂਡ ਵੀ ਇੰਡੀਆ ਦੇ, ਐਵੇਂ ਜਿਹੜਾ ਕ੍ਰਿਸਮਸ ਆਈਲੈਂਡ ਹੈ ਆਸਟ੍ਰੇਲੀਆ ਦਾ, ਠੀਕ ਹੈ। ਇਹ ਕਿਹੜੇ ਓਸ਼ਨ 'ਚ ਪਾਇਆ ਜਾਂਦਾ? ਇਹ ਕੁਐਸਚਨ ਵਧੀਆ ਕੁਐਸਚਨ ਆਇਆ ਸੀ। ਇਹ ਕਿਹੜੇ ਓਸ਼ਨ 'ਚ ਪਾਇਆ ਜਾਂਦਾ? ਇਹ ਇੰਡੀਅਨ ਓਸ਼ਨ ਦੇ ਵਿੱਚ ਪਾਇਆ ਜਾਂਦਾ ਹੈ। ਸਮਝ ਗਏ ਜੀ? ਚਲੋ ਹੁਣ ਤੁਸੀਂ ਪਾਰਲੀਮੈਂਟ ਦੇਖਿਓ ਕਿ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿੰਨੀਆਂ ਡਿਬੇਟਸ ਹੁੰਦੀਆਂ। ਡਿਬੇਟ ਦੇ ਵਿੱਚ ਜਿਹੜੀ ਕੁਐਸਚਨ ਆਰ ਹੁੰਦਾ, ਕੁਐਸਚਨ ਆਰ ਦੇ ਵਿੱਚ ਕੀ ਕਰਦੇ ਹੁੰਦੇ? ਕੁਐਸਚਨ ਆਰ ਕਿਹਦੇ ਵਾਸਤੇ ਹੁੰਦਾ? ਕੁਐਸਚਨ ਆਰ ਹੁੰਦਾ ਅਲਾਓ ਮੈਂਬਰ ਆਫ ਪਾਰਲੀਮੈਂਟ ਦੇ ਮੈਂਬਰ ਨੂੰ ਅਲਾਓ ਕਰਦਾ ਟੂ ਆਸਕ ਕੁਐਸਚਨ ਟੂ ਮਿਨਿਸਟਰਸ, ਠੀਕ ਹੈ। ਮਿਨਿਸਟਰਸ ਨੂੰ ਕੁਐਸਚਨ ਪੁੱਛਣ ਵਾਸਤੇ ਅਲਾਓ ਕਰਦੇ ਨੇ ਕੁਐਸਚਨ ਆਰ ਦੇ ਵਿੱਚ, ਠੀਕ ਹੈ। ਦੇਅਰ ਮਿਨਿਸਟਰੀ, ਜਿਵੇਂ ਕਿ ਜਲ ਮਿਨਿਸਟਰ ਹੋ ਗਿਆ, ਠੀਕ ਹੈ, ਜਲ ਮਿਨਿਸਟਰ ਹੋ ਗਿਆ, ਐਵੀਏਸ਼ਨ ਮਿਨਿਸਟਰ ਹੋ ਗਿਆ, ਉਹਨਾਂ ਨੂੰ ਆਪਾਂ ਕੁਐਸਚਨ ਪੁੱਛ ਸਕਦੇ ਹਾਂ। ਹੋਮ ਮਿਨਿਸਟਰ ਹੋ ਗਿਆ, ਠੀਕ ਹੈ। ਕੁਐਸਚਨ ਆਰ ਦੇ ਵਿੱਚ ਮਿਨਿਸਟਰਸ ਨੂੰ ਆਪਾਂ ਕੀ ਪੁੱਛ ਸਕਦੇ ਹਾਂ? ਕੁਐਸਚਨ ਪੁੱਛ ਸਕਦੇ ਹਾਂ। ਜਿਵੇਂ ਹੋਮ ਮਿਨਿਸਟਰ ਹੋ ਗਿਆ, ਡਿਫੈਂਸ ਮਿਨਿਸਟਰ ਹੋ ਗਿਆ, ਉਹਨਾਂ ਨੂੰ ਆਪਾਂ ਅਲੱਗ-ਅਲੱਗ ਕੁਐਸਚਨ ਪੁੱਛ ਸਕਦੇ ਹਾਂ, ਠੀਕ ਹੈ। ਅਗਲਾ ਕੁਐਸਚਨ ਹੈ ਜਿਹੜਾ ਆਰਟੀਕਲ 21A ਹੈ 21A, ਇਹ ਆਰਟੀਕਲ 21A ਹੈ ਜਿਹੜਾ, ਇਹ ਕੀ ਮੈਂਡੇਟ ਕਰਦਾ? ਵਿੱਚ ਮੈਂਡੇਟ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਠੀਕ ਹੈ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਕਿਹਦੇ ਵਾਸਤੇ? 6 ਤੋਂ 14 ਸਾਲਾਂ ਦੇ ਬੱਚੇ ਵਾਸਤੇ, 6 ਤੋਂ 14 ਸਾਲਾਂ ਦੇ ਬੱਚੇ ਵਾਸਤੇ, ਠੀਕ ਹੈ। ਵਾਸ ਔਰਗਨਾਈਜ਼ ਥਰੂ ਵਿਚ ਲੈਜਿਸਲੇਸ਼ਨ, ਠੀਕ ਹੈ। ਇਹ ਕਿਹੜੇ ਲੈਜਿਸਲੇਸ਼ਨ ਨਾਲ ਜੁੜਿਆ ਸੀਗਾ? ਆਰਟੀਕਲ 21A ਇਹ ਜੁੜਿਆ ਸੀ ਰਾਈਟ ਆਫ ਐਜੂਕੇਸ਼ਨ ਐਕਟ 2009। ਰਾਈਟ ਆਫ ਐਜੂਕੇਸ਼ਨ ਐਕਟ 2009 ਦੇ ਅਕੋਰਡਿੰਗ ਇੱਕ ਆਰਟੀਕਲ 21A ਆਪਣੇ ਇੰਡੀਅਨ ਕੌਂਸਟੀਟਿਊਸ਼ਨ 'ਚ ਪਾਇਆ ਗਿਆ ਸੀ, ਜਿਹਦੇ ਵਿੱਚ ਕੀ ਦਿੰਦੇ ਨੇ? 6 ਤੋਂ 14 ਸਾਲਾਂ ਦੇ ਵਿੱਚ ਜਵਾਕਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੈ ਆਪਾਂ, ਠੀਕ ਹੈ। 6 ਤੋਂ 14 ਸਾਲਾਂ ਦੇ ਜਵਾਕਾਂ ਨੂੰ ਕੀ ਦੇਣੀ ਹੈ? ਫ੍ਰੀ ਐਜੂਕੇਸ਼ਨ। ਕਿਹਦੇ ਅਕੋਰਡਿੰਗ? ਰਾਈਟ ਟੂ ਐਜੂਕੇਸ਼ਨ ਐਕਟ 2009 ਦੇ,
ठीक है। जे अपन फ्री एजुकेशन नहीं मिल रही तो आप सीधा सुप्रीम कोर्ट को जा सकते हैं, क्योंकि अपना की है फंडामेंटल राइट है फ्री एजुकेशन। समझ गए जी। चलो अगला क्वेश्चन है, विच मिनिस्ट्री लॉन्च नैशनल यूथ पार्लीमेंट स्कीम। नैशनल यूथ पार्लीमेंट स्कीम 2.0 ਇਹ ਕਿਹੜੀ ਮਿਨਿਸਟਰੀ ਲਾਂਚ ਕਰੂਗੀ? ਇਹ ਕਰੂਗੀ ਮਿਨਿਸਟਰੀ ਆਫ ਪਾਰਲੀਮੈਂਟ ਅਫੇਅਰ। ਫਿਰ ਮਿਨਿਸਟਰੀ ਆਫ ਪਾਰਲੀਮੈਂਟਰੀ ਅਫੇਅਰ ਜਿਹੜੀ ਹੈਗੀ ਉਹ ਕੀ ਲਾਂਚ ਕਰੂ? ਨੈਸ਼ਨਲ ਯੂਥ ਪਾਰਲੀਮੈਂਟ ਸਕੀਮ NYPS 2.0। ਸਮਝ ਗਏ ਜੀ। ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਅਗਲਾ ਹੈਗਾ ਬਾਰਡਰ। ਇੱਕ ਬਾਰਡਰ ਲਾਈਨ ਹੈ, ਉਹਦਾ ਨਾਮ ਕੀ ਹੈ? ਮੈਗਨੋਇਟ ਲਾਈਨ। ਮੈਗਨੋਇਟ ਲਾਈਨ ਇੱਕ ਬਾਰਡਰ ਲਾਈਨ ਹੈ। ਇਹ ਕਿਹੜੀ 2 ਕੰਟਰੀ ਦੇ ਵਿੱਚ ਹੈ ਬਾਰਡਰ ਲਾਈਨ? ਇਹ ਫਰਾਂਸ ਅਤੇ ਜਰਮਨੀ ਦੇ ਵਿੱਚ। ਇਹ ਯਾਦ ਕਰ ਲਿਓ, ਮੈਗਨੋਇਟ ਕਿਹਦੇ ਵਿੱਚ ਹੈ? ਫਰਾਂਸ ਅਤੇ ਜਰਮਨੀ ਦੇ ਵਿੱਚ, ਠੀਕ ਹੈ। ਠੀਕ ਹੈ, GFM ਤੋਂ ਯਾਦ ਕਰ ਲਓ, GFM, ਠੀਕ ਹੈ। ਕਿਹਦੇ ਵਿੱਚ ਹੈ? ਫਰਾਂਸ ਅਤੇ ਜਰਮਨੀ ਦੇ ਵਿੱਚ। ਸਮਝ ਗਏ ਉਰੇ ਤੱਕ, ਠੀਕ ਹੈ। ਜਿਵੇਂ ਆਪਣੇ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਕਿਹੜੀ ਲਾਈਨ ਹੈ? ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਹੈਗੀ ਹੈ ਰੈੱਡ ਕਲਿਫ ਲਾਈਨ, ਠੀਕ ਹੈ। ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਰੈੱਡ ਕਲਿਫ ਹੈ। ਬਾਂਗਲਾਦੇਸ਼ ਅਤੇ ਪਾਕਿਸਤਾਨ ਦੇ ਵਿੱਚ ਕਿਹੜੀ ਰੈੱਡ ਕਲਿਫ ਲਾਈਨ ਹੈ, ਠੀਕ ਹੈ। ਜਿਹੜਾ ਬਾਰਡਰ ਹੁੰਦਾ ਉਹਨੂੰ ਆਪਾਂ ਰੈੱਡ ਕਲਿਫ ਲਾਈਨ ਦੇ ਨਾਮ ਤੋਂ ਜਾਣਦੇ, ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਹੈ ਜਿਹੜਾ ਹੈ। ਅਤੇ ਇੰਡੀਆ ਅਤੇ ਜਿਹੜਾ ਆਪਣਾ ਚਾਈਨਾ ਦੇ ਵਿੱਚ ਬਾਰਡਰ ਉਹਨੂੰ ਕੀ ਨਾਮ ਤੋਂ ਜਾਣਦੇ? ਮੈਕਲੋਨ ਲਾਈਨ, ਠੀਕ, ਮੈਕਲੋਨ ਲਾਈਨ ਤੋਂ ਜਾਂਦੇ, ਠੀਕ ਹੈ। ਐਵੇਂ ਜਿਹੜਾ ਜਰਮਨੀ, ਫਰਾਂਸ ਜਰਮਨੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਆਪਾਂ ਕਿਸ ਤਰ੍ਹਾਂ ਮੈਗਨੋਇਟ ਲਾਈਨ ਤੋਂ ਜਾਂਦੇ। ਇਹ ਵੀ ਇੰਪੋਰਟੈਂਟ ਕੁਐਸਚਨ, ਇਹਨੂੰ ਯਾਦ ਕਰ ਲਿਓ। ਅਫਗਾਨਿਸਤਾਨ ਅਤੇ ਇੰਡੀਆ ਦੇ ਵਿੱਚ ਜਿਹੜਾ ਬਾਰਡਰ ਹੈ ਉਹਨੂੰ ਆਪਾਂ ਕਿਸ ਲਾਈਨ ਤੋਂ ਜਾਂਦੇ? ਉਹਨੂੰ ਕਹਿੰਦੇ ਡੂਰਨ ਲਾਈਨ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਚਲੋ ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਵਰਕ ਵੋਨ ਸਾਹਿਤਿਆ ਅਕੈਡਮਿਕ ਯੁਵਾ ਪੁਰਸਕਾਰ 2025। ਸਾਹਿਤਿਆ ਅਕੈਡਮਿਕ ਯੁਵਾ ਪੁਰਸਕਾਰ 2025 ਇੰਗਲਿਸ਼ ਲੈਂਗੁਏਜ ਕੈਟੇਗਰੀ 'ਚ ਕਿਹਨੂੰ ਮਿਲਿਆ? ਇਹ ਮਿਲਿਆ ਸਿਧਾਰਥ ਨੂੰ। ਸਿਧਾਰਥ ਨੂੰ ਮਿਲਿਆ ਕਿਹੜੀ ਬੁੱਕ ਵਾਸਤੇ? ਦ ਬੋਏ ਹੂ ਬਿਕਮ ਬੁੱਧਾ। ਦ ਬੋਏ ਹੂ ਬਿਕਮ ਬੁੱਧਾ ਬੁੱਕ ਲਿਖੀ ਹੈ ਕਿਹਨੇ? ਸਿਧਾਰਥ ਨੇ। ਉਹਨੂੰ ਮਿਲਿਆ ਸਾਹਿਤਿਆ ਅਕੈਡਮਿਕ ਯੁਵਾ ਪੁਰਸਕਾਰ 2025। ਅਤੇ ਜਿਹੜੀ ਫਸਟ ਮੂਵਮੈਂਟ ਸੀਗੀ, ਇਹ ਮੈਂ ਕੱਲ੍ਹ ਦੱਸਿਆ ਸੀਗਾ, ਸਾਹਿਤਿਆ ਅਕੈਡਮੀ ਅਵਾਰਡ ਸਭ ਤੋਂ ਪਹਿਲੀ ਵੂਮੈਨ ਕਿਹੜੀ ਨੂੰ ਮਿਲਿਆ ਸੀਗਾ? ਤੁਸੀਂ ਮੈਨੂੰ ਕੱਲ੍ਹ ਦੱਸਿਆ ਸੀਗਾ ਕਿਹਨੂੰ ਮਿਲਿਆ ਸੀ? ਅੰਮ੍ਰਿਤਾ ਪ੍ਰੀਤਮ ਨੂੰ ਕੱਲ੍ਹ ਦੱਸਿਆ ਸੀ, ਠੀਕ ਹੈ। ਚਲੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਚਲੋ ਅਗਲਾ ਹੈਗਾ ਮੋਹਨ ਲਾਲ ਦਾ ਰੈਸਾਈਪੀਐਂਟ ਆਫ ਦਾਦਾ ਸਾਹਿਬ ਕੇ ਫਾਲਕੇ ਅਵਾਰਡ 2025। ਮੋਹਨ ਲਾਲ ਇੱਕ ਇਹਨੇ ਜਿੱਤੇ ਦਾਦਾ ਸਾਹਿਬ ਕੇ ਫਾਲਕੇ ਅਵਾਰਡ 2025। ਤੁਹਾਨੂੰ ਪਤਾ ਹੋਣਾ ਕਿਹਨੇ ਜਿੱਤਿਆ? ਮੋਹਨ ਲਾਲ ਨੇ। ਇਹ ਪ੍ਰਾਇਮਰੀ ਕਿਹੜੀ ਫੀਲਡ ਤੋਂ ਐਸੋਸੀਏਟਡ ਨੇ? ਇਨ ਵਿੱਚ ਰਿਲੀਜਨ ਫਿਲਮ। ਕਿਹੜੀ ਫਿਲਮ ਵਾਸਤੇ ਮਿਲਿਆ? ਮਿਲਿਆ ਮਲਿਆਲਮ ਸਿਨੇਮਾ ਤੋਂ ਐਸੋਸੀਏਟਡ ਨੇ। ਇਹਨਾਂ ਨੂੰ ਕੀ ਮਿਲਿਆ? ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ 2025 ਮੋਹਨ ਲਾਲ ਜੀ ਨੂੰ, ਜਿਹੜੇ ਕਿਤੋਂ ਐਸੋਸੀਏਟਡ ਨੇ? ਮਲਿਆਲਮ ਸਿਨੇਮਾ ਤੋਂ, ਠੀਕ ਹੈ। ਮਲਿਆਲਮ ਸਿਨੇਮਾ ਤੋਂ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਮਲਿਆਲਮ ਸਿਨੇਮਾ ਤੋਂ ਕੌਣ ਨੇ? ਮੋਹਨ ਲਾਲ ਜੀ, ਠੀਕ ਹੈ। ਚਲੋ ਇੱਕ ਮਿੰਟ ਆ ਕੀ ਹੋ ਗਿਆ, ਠੀਕ ਹੈ। ਅਗਲਾ ਹੈਗਾ ਪੰਜਾਬ। ਇਹ ਕਹਿੰਦੇ ਪੰਜਾਬ ਕਰੋ ਅਪਰੋਕਸੀਮੇਟਲੀ ਹਾਊ ਮਚ ਜੋਗ੍ਰਾਫੀਕਲ ਏਰੀਆ ਇਨ ਇੰਡੀਆ। ਇੰਡੀਆ ਵਿੱਚ ਪੰਜਾਬ ਦਾ ਏਰੀਆ ਕਿੰਨਾ ਹੈ? ਪੰਜਾਬ ਦਾ ਏਰੀਆ ਕਿੰਨਾ ਇੰਡੀਆ ਦੇ ਵਿੱਚ? ਕਿੰਨੇ ਸਕੁਏਅਰ ਕਿਲੋਮੀਟਰ ਹੈ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। 50,362 ਸਕੁਏਅਰ ਕਿਲੋਮੀਟਰ ਇੰਨਾ ਪੰਜਾਬ ਦਾ ਏਰੀਆ ਹੈ, ਠੀਕ ਹੈ। ਇੰਨਾ ਪੰਜਾਬ ਦਾ ਏਰੀਆ ਇੰਡੀਆ ਦੇ ਵਿੱਚ 50,362 ਸਕੁਏਅਰ ਕਿਲੋਮੀਟਰ। ਸਮਝ ਗਏ। ਅਗਲਾ ਕੁਐਸਚਨ ਕਿਹੜਾ? ਲੌਂਗੈਸਟ ਕੋਸਟ ਲਾਈਨ ਕਿਹੜੀ ਹੈ ਇੰਡੀਆ ਦੀ? ਲੌਂਗੈਸਟ ਕੋਸਟ ਲਾਈਨ ਕਿਹੜੀ ਕੰਟਰੀ ਹੈ? ਕੋਸਟ ਲਾਈਨ ਹੁੰਦੀ ਹੈ ਵੀ ਕੋਸਟ ਨਾਲ ਪਾਣੀ ਨਾਲ ਕਿਹੜੀ ਪਾਣੀ ਨਾਲ ਜਿਹੜੀ, ਜਿਵੇਂ ਆਪਣਾ ਇੰਡੀਆ ਨਾਲ ਨੀਚੇ ਜਿਹੜਾ ਪਾਣੀ ਨਾਲ ਜੁੜਦਾ ਨਾ ਜਿਹੜਾ ਏਰੀਆ, ਉਹਨੂੰ ਆਪਾਂ ਬੋਲਦੇ ਕੋਸਟ ਲਾਈਨ, ਠੀਕ ਹੈ। ਤਾਂ ਸਭ ਤੋਂ ਜ਼ਿਆਦਾ ਪਾਣੀ ਨਾਲ ਕਿਹੜਾ ਦੇਸ਼ ਜੁੜਦਾ ਹੈ? ਉਹ ਹੈ ਗੁਜਰਾਤ। ਗੁਜਰਾਤ ਹੈ ਸਭ ਤੋਂ ਵੱਡਾ ਰਾਜ ਜਿਹੜਾ ਪਾਣੀ ਨਾਲ ਜੁੜਦਾ। ਜਿੱਥੇ ਯੂਟੀ ਆ ਜਾਂਦਾ ਤਾਂ ਫਿਰ ਆਪਣਾ ਆਨਸਰ ਚੇਂਜ ਹੋ ਜਾਂਦਾ। ਯੂਟੀ ਦੇ ਵਿੱਚ ਸਭ ਤੋਂ ਜ਼ਿਆਦਾ ਯੂਟੀ ਕਿਹੜੇ ਜੁੜਦੀ ਹੈ? ਉਹ ਅੰਡੇਮਾਨ ਨਿਕੋਬਾਰ ਸਭ ਤੋਂ ਜ਼ਿਆਦਾ ਵੱਡਾ ਯੂਟੀ ਹੈ ਜਿਹੜੀ ਆਪਣੇ ਪਾਣੀ ਨਾਲ ਜੁੜਦੀ ਹੈ। ਕੀ ਹੈ ਉਹਦੀ ਕੋਸਟ ਲਾਈਨ? ਜੇ ਯੂਟੀ ਪੁੱਛ ਲੈਂਦੇ ਫਿਰ ਆ ਜਾਂਦਾ ਅੰਡੇਮਾਨ ਐਂਡ ਨਿਕੋਬਾਰ। ਸਮਝ ਗਏ ਉਰੇ ਤੱਕ, ਠੀਕ ਹੈ। ਸਮਝ ਗਏ ਉਰੇ ਤੱਕ। ਚਲੋ ਹੁਣ ਜਿਹੜਾ ਅਗਲਾ ਕੁਐਸਚਨ ਹੈ ਉਹ ਹੈਗੇ ਦ ਪਰਪਸ ਆਫ ਸ਼ਰਮ ਸ਼ਕਤੀ ਨੀਤੀ। ਦ ਪ੍ਰਪੋਜ਼ ਆਫ ਸ਼ਰਮ ਸ਼ਕਤੀ ਨੀਤੀ 2025 ਸੀਕ ਟੂ, ਜਿਹੜਾ ਸ਼ਰਮ ਸ਼ਕਤੀ ਨੀਤੀ ਹੈ ਨਾ, ਇੱਕ ਤਰ੍ਹਾਂ ਦਾ ਪ੍ਰੋਜੈਕਟ ਹੈ ਜਿਹੜਾ ਕੀ ਸੀਕ ਕਰੇਗਾ? ਟੂ ਮੋਡਰਨਾਈਜ਼ ਇੰਡੀਆ ਲੇਬਰ ਗਵਰਨੈਂਸ, ਠੀਕ ਹੈ। ਇੰਡੀਆ ਲੇਬਰ ਗਵਰਨੈਂਸ ਨੂੰ ਕੀ ਕਰੇਗਾ? ਮੋਡਰਨਾਈਜੇਸ਼ਨ ਕਰੇਗਾ। ਜਿਹੜੇ ਇੰਡੀਅਨ ਲੇਬਰ ਗਵਰਨੈਂਸ ਫਰੇਮਵਰਕ, ਠੀਕ ਹੈ, ਜਿਹੜੇ ਆਪਣੇ ਇੰਡੀਅਨ ਲੇਬਰ ਲਾਅ ਵਗੈਰਾ ਨੇ ਨਾ ਉਹਨਾਂ ਨੂੰ ਗਵਰਨ ਕਰੇਗਾ ਕਿ ਸ਼ਰਮ ਸ਼ਕਤੀ ਨੀਤੀ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਬੈਸਟ ਇਫੈਕਟਿਵ ਸਟ੍ਰੈਟਜੀ ਇਨੋਵੇਸ਼ਨ। ਤਾਂ ਫੋਕਸ ਇਹਦਾ ਬੇਸਿਕਲੀ ਮੇਨ ਫੋਕਸ ਕੀ ਹੋਏਗਾ? ਸ਼ਰਮ ਸ਼ਕਤੀ ਨੀਤੀ ਦਾ ਇਹ ਪੁੱਛਿਆ, ਠੀਕ ਹੈ। ਇਹ ਹੈਗਾ ਕਿਹਦੇ ਵਾਸਤੇ? ਇਹ ਹੈਗਾ ਆਪਣੇ ਵਾਸਤੇ ਲੇਬਰ ਵਾਸਤੇ, ਠੀਕ ਹੈ, ਲੇਬਰ ਵਾਸਤੇ। ਤਾਂ ਇਹਦਾ ਮੇਨ ਫੋਕਸ ਕਿਹਦੇ ਵਾਸਤੇ? ਇਟ ਪਰਪਸ ਕ੍ਰੀਏਸ਼ਨ ਆਫ ਨੈਸ਼ਨਲ ਲੇਬਰ ਮਾਰਕੀਟ ਇਨਫੋਰਮੇਸ਼ਨ ਸਿਸਟਮ, ਠੀਕ ਹੈ। ਇਹਦਾ ਪਰਪਸ ਕੀ ਹੈ? ਨੈਸ਼ਨਲ ਲੇਬਰ ਮਾਰਕੀਟ ਇਨਫੋਰਮੇਸ਼ਨ ਸਿਸਟਮ ਬਣਾਉਣਾ ਹੈ। ਕੀ ਹੈ ਉਹਦਾ ਨਾਮ? NLMIS 2.0। ਇਹਦਾ ਪਰਪਸ ਹੈ ਕਿਹਦਾ?
ਸ਼ਰਮ ਸ਼ਕਤੀ ਨੀਤੀ 2025 ਦਾ। ਵੀ ਬੇਸਿਕਲੀ ਇੱਕ ਪੋਰਟਲ ਬਣਾਉਣਾ ਜਿਹਦੇ ਉੱਤੇ ਸਾਰਾ ਕੁਝ ਲੇਬਰ ਬਾਰੇ ਦੱਸਿਆ ਹੋਊਗਾ, ਠੀਕ ਹੈ, ਵੀ ਲੇਬਰ ਨੂੰ ਕਿੰਨੇ ਪੈਸੇ ਮਿਲੇ ਅਤੇ ਉਹਦੇ ਸਾਰੇ ਲੋਅ ਵਗੈਰਾ EPF ਵਗੈਰਾ ਸਾਰਾ ਕੁਝ ਅਕਾਊਂਟ ਵਗੈਰਾ ਕਿਤੇ ਦੱਸਿਆ ਹੋਊਗਾ। ਆਪਣਾ ਸ਼ਰਮ ਸ਼ਕਤੀ ਨੀਤੀ ਦੇ ਅੰਡਰ ਇਹ ਬਣਾਇਆ ਆਪਾਂ, ਠੀਕ ਹੈ, ਲਿਮਸ ਬਣਾਇਆ ਲਿਮਸ, ਠੀਕ ਹੈ। ਇੱਕ ਡੈਸ਼ਬੋਰਡ ਹੋਊਗਾ ਜਿਹਦੇ ਉੱਤੇ ਸਾਰਾ ਕੁਝ ਲੇਬਰ ਬਾਰੇ ਦੱਸਿਆ ਹੋਊਗਾ ਵੀ ਤੁਹਾਡਾ ਇੰਨੇ ਪੈਸੇ ਮਿਲਿਆ ਕਰਨਗੇ, ਜੇ ਇੰਨੇ ਨਹੀਂ ਮਿਲ ਰਹੇ ਵੀ ਕਿਸੇ ਲੇਬਰ ਨੂੰ ਕਿੰਨੇ ਪੈਸੇ ਦਿੱਤੇ, ਇਹ ਸਾਰਾ ਕੁਝ ਇਹਦੇ ਵਿੱਚ ਹੋਊਗਾ। ਲਿਮਸ 2.0 ਦੇ ਵਿੱਚ ਸ਼ਰਮ ਸ਼ਕਤੀ ਨੀਤੀ ਦੇ ਅੰਡਰ ਆਉਂਦਾ ਹੈ, ਠੀਕ ਹੈ। ਅਗਲਾ ਕੁਐਸਚਨ ਹੈ ਨੋਬਲ ਪ੍ਰਾਈਜ਼। ਨੋਬਲ ਪ੍ਰਾਈਜ਼ ਇਨ ਇਕਨੋਮੀ ਇਹ ਕਦੋਂ ਇੰਸਟੀਟਿਊਟ ਹੋਇਆ ਸੀ? ਨੋਬਲ ਪ੍ਰਾਈਜ਼ ਇਕਨੋਮੀ ਕਦ ਤੋਂ ਮਿਲਣ ਲੱਗਿਆ ਸੀਗਾ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 1968 ਤੋਂ ਮਿਲਣ ਲੱਗਿਆ ਸੀ। ਨੋਬਲ ਪ੍ਰਾਈਜ਼ ਇਕਨੋਮੀ ਦੇ ਕਦ ਤੋਂ ਮਿਲਣ ਲੱਗਿਆ ਸੀ? 1968 ਤੋਂ। 1968 ਤੋਂ ਮਿਲਣ ਲੱਗਿਆ ਸੀ ਨੋਬਲ ਪ੍ਰਾਈਜ਼ ਇਨ ਇਕਨੋਮੀ, ਠੀਕ ਹੈ, ਸਮਝੇ। 1968 ਤੋਂ ਕੀ ਮਿਲਣ ਲੱਗਿਆ ਸੀ? ਨੋਬਲ ਪ੍ਰਾਈਜ਼ ਮਿਲਣ ਲੱਗਿਆ ਸੀਗਾ। ਦੇਖੋ 9 ਦਾ ਅੱਧਾ 6 ਐਵੇਂ ਕਰਕੇ ਤੁਸੀਂ ਯਾਦ ਕਰ ਰਹੇ ਹੋ, 8 ਕਿੰਨਾ ਦਾ 9, ਠੀਕ ਹੈ, ਐਵੇਂ ਕਰਕੇ ਤੁਸੀਂ ਕੁਛ ਟਿਕ ਲਗਾ ਕੇ ਇਹਨੂੰ ਯਾਦ ਕਰ ਸਕਦੇ। 1968 ਦੇ ਵਿੱਚ ਮਿਲਿਆ ਸੀ, ਠੀਕ ਹੈ। 1968 ਦੇ ਵਿੱਚ ਕੀ ਹੋਇਆ ਸੀ? ਕੌਂਸਟੀਟਿਊਟ ਹੋਇਆ ਸੀ। ਚਲੋ ਅਗਲਾ ਜਿਹੜਾ ਕੁਐਸਚਨ ਹੈਗਾ, ਬਸ ਲਾਸਟ ਕੁਐਸਚਨ ਹੈ, ਲਾਸਟ ਸਲਾਈਡ ਆਪਣੀ। ਅੰਡਰ PM ਕੁਸੁਮ ਸਕੀਮ, which of the following component aims to enable farmer to install stand-alone सोलर पंप लगाने हैं, ठीक है। किसके अंदर? PM कुसुम स्कीम के अंदर सोलर पंप लगाने, PM कुसुम स्कीम के अंदर सोलर पंप लगाने भी जेह्ड़े फॉर इरीगेशन पर्पस, ठीक है। ਤਾਂ ਕਿਹੜੀ ਕੈਟੇਗਰੀ ਦੇ ਅੰਦਰ ਆਪਾਂ ਇਹ ਆਪਾਂ ਲਗਾਉਣੇ, ਠੀਕ ਹੈ। PM ਜਿਹੜੀ ਕੁਸਮ ਸਕੀਮ ਹੈ ਨਾ, ਉਹਦੇ ਅੰਦਰ ਖਾਸੀ ਕੈਟੇਗਰੀ ABCDE, ਠੀਕ ਹੈ, ਐਵੇਂ ਖਾਸੀ ਕੈਟੇਗਰੀ ਨੇ। ਤਾਂ ਆਪਾਂ ਜਿਹੜੇ ਸਟੈਂਡ ਅਲੋਨ ਸੋਲਰ ਪੰਪ ਇਹ ਕਿਹੜੀ ਕੈਟੇਗਰੀ ਵਿੱਚ ਲਿਖੇ ਹੋਏ ਨੇ? ਕੰਪਾਊਂਡ B ਕੈਟੇਗਰੀ ਦੇ ਵਿੱਚ ਲਿਖੇ ਹੋਏ ਨੇ। ਜਿਵੇਂ ਇੱਕ ਖਾਸਾ ਕੈਟੇਗਰੀ ਹੈ ਜਿਹੜਾ ਉਹਦਾ B ਕੰਪਾਊਂਡ ਹੋਏਗਾ, B ਕੰਪਾਊਂਡ ਉਹਦੇ ਵਿੱਚ ਲਿਖਿਆ ਹੋਇਆ ਵੀ ਆਪਾਂ ਸਟੈਂਡ ਅਲੋਨ ਸੋਲਰ ਪੰਪ ਲਗਾਉਣੇ ਨੇ, ਠੀਕ ਹੈ, PM ਕੁਸੁਮ ਸਕੀਮ ਦੇ ਅੰਡਰ, ਠੀਕ ਹੈ। ਇਹ ਜਿਹੜਾ ਕੁਐਸਚਨ ਹੈ ਥੋੜ੍ਹਾ ਬਹੁਤ ਵਧੀਆ ਕੁਐਸਚਨ ਪੁੱਛਿਆ ਹੋਇਆ ਸੀਗਾ, ਠੀਕ ਹੈ, ਤਾਂ ਇਹਨੂੰ ਤੁਸੀਂ ਯਾਦ ਕਰ ਲਿਓ। PM ਕੁਸੁਮ ਸਕੀਮ ਬਾਕੀ ਵੀ ਦੇਖ ਲਿਓ ਵੀ A ਕੰਪਾਊਂਡ ਦੇ ਵਿੱਚ ਕੀ ਹੈ, B 'ਚ ਕੀ ਹੈ, C 'ਚ ਕੀ ਹੈ, D 'ਚ ਕੀ ਹੈ, E 'ਚ ਕੀ ਹੈ। B 'ਚ ਤੁਹਾਨੂੰ ਪਤਾ ਹੋਣਾ ਚਾਹੀਦਾ। ਜੋ ਬਾਕੀ ਨਹੀਂ ਵੀ ਯਾਦ ਕੋਈ ਦਿੱਕਤ ਨਹੀਂ ਹੈਗੀ, ਬਸ ਤੁਸੀਂ ਇਹ ਯਾਦ ਕਰ ਲਿਓ ਸਟੈਂਡ ਅਲੋਨ ਸੋਲਰ ਪੰਪ ਕਿਹਦੇ ਵਿੱਚ ਹੈ? ਕੰਪਾਊਂਡ B ਦੇ ਵਿੱਚ ਹੈ। ਇਹ ਬਹੁਤ ਵਧੀਆ ਕੁਐਸਚਨ ਪੁੱਛਿਆ ਹੋਇਆ, ਛੱਡ ਸਕਦੇ ਇਸ ਪੇਪਰ 'ਚ। ਚਲੋ ਹੁਣ ਨਾ ਛੱਡਿਓ, ਹੁਣ ਮੈਂ ਤੁਹਾਨੂੰ ਦੱਸਦਾ। ਹੋਮ ਰੂਲ ਮੂਵਮੈਂਟ, ਇਹ ਹੋਮ ਰੂਲ ਮੂਵਮੈਂਟ ਲਾਂਚ ਕੀਤੀ ਸੀ 1961 ਦੇ ਵਿੱਚ। ਇਹ ਕਿਹਨੇ ਲਾਂਚ ਕੀਤੀ ਸੀਗੀ? ਇਹ ਕੀਤੀ ਸੀ ਬਾਲਾ ਗੰਗਾਧਰ ਤਿਲਕ ਔਰ ਐਨੀ ਬੇਸੈਂਟ ਐਂਡ ਸੁਬਰਨ ਨਾਇਰ ਨੇ। ਬਾਲ ਗੰਗਾਧਰ ਤਿਲਕ ਜਿਹੜੇ ਸੀ ਇੰਡੀਅਨ ਸੀਗੇ, ਐਨੀ ਬੈਂਸ ਕਿਉਂ ਸੀਗੀ? ਥੋੜ੍ਹੀ ਫੋਰਨਰ ਸੀਗੀ, ਠੀਕ ਹੈ, ਇਹ ਫੋਰਨ ਸੀ। ਬਾਲ ਗੰਗਾਧਰ ਇੰਡੀਅਨ ਸੀਗੇ ਅਤੇ ਸੁਬਰਨ ਨਾਇਰ, ਇਹ 3 ਬੰਦਿਆਂ ਨੇ ਸਟਾਰਟ ਕੀਤੀ ਸੀ ਹੋਮ ਰੂਲ ਲੀਗ। ਕਦੋਂ ਕੀਤੀ ਸੀ? ਇਹ ਵੀ ਤੁਹਾਨੂੰ ਪਤਾ ਹੈ 1916 ਦੇ ਵਿੱਚ ਕੀਤੀ ਸੀ ਹੋਮ ਰੂਲ ਲੀਗ। ਹੋਮ ਰੂਲ ਲੀਗ ਕਦੋਂ ਸਟਾਰਟ ਹੋਈ ਸੀ? 1916 ਦੇ ਵਿੱਚ। ਕਿਹਨੇ ਸਟਾਰਟ ਕੀਤੀ? ਬਾਲ ਗੰਗਾਧਰ, ਐਨੀ ਬੇਸੈਂਟ ਅਤੇ ਸੁਬਰਮਨੀਅਮ ਆਇਰ ਨੇ ਕੀਤੀ ਸੀ, ਠੀਕ ਹੈ, ਹੋਮ ਰੂਲ ਲੀਗ। ਚਲੋ ਹੁਣ ਲਾਸਟ ਦੇ 2 ਕੁਐਸਚਨ ਨੇ, ਉਹ ਦੇਖ ਲਓ। ਵਿਚ ਆਰਗੇਨਾਈਜੇਸ਼ਨ ਕੋਲਬਰੇਟ ਵਿਦ ਮਿਨਿਸਟਰੀ ਆਫ ਡਿਫੈਂਸ ਨੇ ਕਿਹੜੀ ਆਰਗੇਨਾਈਜੇਸ਼ਨ ਨੇ ਕੋਲਬਰੇਟ ਕੀਤਾ ਟੂ ਡਿਵੈਲਪ ਤਿਰੰਗਾ ਸਿਸਟਮ ਆਪਾਂ ਡਿਵੈਲਪ ਕਰਨਾ ਹੈ, ਠੀਕ ਹੈ। ਤਿਰੰਗਾ ਇੱਕ ਆਪਣੀ ਪੋਰਟਲ ਹੋਏਗਾ, ਤਿਰੰਗਾ ਸਿਸਟਮ ਪੋਰਟਲ ਹੋਏਗਾ। ਇਹ ਕਿਹੜੀ ਆਰਗੇਨਾਈਜੇਸ਼ਨ ਨਾਲ ਮਿਨਿਸਟਰੀ ਆਫ ਡਿਫੈਂਸ ਕੋਲੈਬੋਰੇਟ ਕਿੰਨਾ ਕਰ ਰਹੀ ਹੈ? BISAG ਕੋਲੈਬੋਰੇਟ ਕਰਕੇ ਕੀ ਬਣਾ ਰਹੀ? ਤਿਰੰਗਾ ਸਿਸਟਮ। ਪਾਰਟੀਸ਼ਨ ਆਫ ਬੰਗਾਲ ਕਦੋਂ ਹੋਈ ਸੀ? 1952 ਦੇ ਵਿੱਚ ਹੋਈ ਸੀਗੀ। 1952 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋਈ ਸੀ ਅਤੇ 1906 ਦੇ ਵਿੱਚ ਕੀ ਬਣੀ ਸੀ? ਮੁਸਲਿਮ ਲੀਗ। ਇਹ ਜਿਹੜਾ ਕੁਐਸਚਨ ਆਪਾਂ ਹੁਣੀ ਕਰਕੇ ਹਟੇ, ਠੀਕ ਹੈ। 1906 ਦੇ ਵਿੱਚ ਮੁਸਲਿਮ ਲੀਗ ਬਣ ਗਈ ਸੀਗੀ, ਤਾਂ ਹੀ ਉਹਨਾਂ ਨੇ ਬੰਗਲਾਦੇਸ਼ ਅੱਡ ਵੀ ਕਰਾਇਆ ਸੀ ਵੀ ਅੱਡ ਤੋਂ ਇੱਕ ਮੁਸਲਿਮ ਦੀ ਪਾਰਟੀ ਬਣ ਜੇ। ਫਿਰ ਤਾਂ ਕਰਕੇ ਪਾਕਿਸਤਾਨ ਵੀ ਇਹਦਾ ਹੀ ਨਤੀਜਾ ਵੀ ਪਾਕਿਸਤਾਨ ਇਹ ਤੋਂ ਅੱਡ ਹੋਇਆ ਸੀ, ਠੀਕ ਹੈ। ਚਲੋ ਉਹ ਬਾਅਦ 'ਚ ਦੇਖਾਂਗੇ। ਤੁਸੀਂ 1905 ਯਾਦ ਕਰ ਲਓ। 1905 ਦੇ ਵਿੱਚ ਬੰਗਾਲ ਦਾ ਪਾਰਟੀਸ਼ਨ ਹੋ ਗਿਆ ਸੀਗਾ, ਠੀਕ ਹੈ। ਬੰਗਾਲ ਕੀ ਕਰਤਾ ਸੀ? ਅੱਡ ਕਰਤਾ ਸੀਗਾ, ਠੀਕ ਹੈ। ਉਦੋਂ ਬ੍ਰਿਟਿਸ਼ ਵਾਇਸਰਾਏ ਕੌਣ ਸੀਗਾ? ਬ੍ਰਿਟਿਸ਼ ਦਾ ਵਾਇਸਰਾਏ ਕੌਣ ਸੀਗਾ? ਲਾਰਡ ਕਰਜ਼ਨ ਨੇ ਕੀ ਕਰਤਾ ਸੀਗਾ? ਬੰਗਲਾਦੇਸ਼ ਨੂੰ ਅੱਡ ਕਰਤਾ, ਬੰਗਾਲ ਨੂੰ ਅੱਡ ਕਰਤਾ ਸੀ ਇੰਡੀਆ ਤੋਂ, ਠੀਕ ਹੈ। ਇਹਨੂੰ ਆਪਾਂ ਕਰਜ਼ੇ ਤੋਂ ਯਾਦ ਕਰ ਸਕਦੇ ਹਾਂ, ਕਰਜ਼ੇ ਤੋਂ, ਠੀਕ ਹੈ। ਉਹਦੇ ਉੱਤੇ ਕਰਜ਼ਾ ਚੜ੍ਹ ਗਿਆ ਸੀਗਾ, ਤਾਂ ਉਹਨੇ ਬੰਗਾਲ ਵੇਚਤਾ, ਐਵੇਂ ਕਰਕੇ ਯਾਦ ਕਰ ਲਓ। ਉਹਦੇ ਉੱਤੇ ਕਰਜ਼ਾ ਚੜ੍ਹ ਗਿਆ, ਕਰਜ਼ਨ ਤੋਂ ਕਰਜ਼ਾ ਚੜ੍ਹ ਗਿਆ ਅਤੇ ਉਹਨੇ ਬੰਗਾਲ ਵੇਚਤਾ, ਠੀਕ ਹੈ। ਚਲੋ ਅੱਜ ਦੇ ਲੈਕਚਰ ਵਿੱਚ ਅਸਾਂ ਇੰਨੇ ਹੀ ਸੀਗੇ ਕੁਐਸਚਨ। ਅੱਜ ਦੇ ਲੈਕਚਰ ਵਿੱਚ ਆਪਾਂ ਪਿਛਲੇ ਸਾਲਾਂ ਦੇ ਕੁਐਸਚਨ ਕੀਤੇ ਨੇ। ਇਹ ਸਾਰੇ ਕੁਐਸਚਨ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਇਹਨਾਂ ਸਾਰਿਆਂ ਨੂੰ ਕਰੀ ਚੱਲਿਓ, ਠੀਕ ਹੈ। ਜਿੰਨੀ ਵੀ ਕਲਾਸਾਂ ਕਰਾਵਾਂਗਾ ਆਪਣੀ 5 ਕਲਾਸਾਂ ਪਹਿਲਾਂ ਹੋਲਡ ਹੋ ਚੁੱਕੀਆਂ ਨੇ, 6ਵੀਂ ਕਲਾਸ ਸੀਗੀ। ਚਲੋ ਇਹਦੇ ਸਾਰੇ ਤੁਸੀਂ ਨੋਟਸ ਵੀ ਬਣਾਉਣੇ ਹੋਣੇ, ਠੀਕ ਹੈ। ਇਹ ਸਾਰੇ ਨੋਟਸ ਵੀ ਬਣਾਏ ਚੱਲਿਓ, ਇਹਨੂੰ ਬਾਰ ਰਿਵਾਈਜ਼ ਕਰੀ ਚੱਲਿਓ। ਤੇ ਕਲਾਸ 'ਚ ਰੋਜ਼ ਆਉਣਾ ਹੈ, ਮੈਂ ਰੋਜ਼ ਕਲਾਸ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਰੋਜ਼ ਹੀ ਕਲਾਸ ਪਾਉਂਦਾ ਹੁੰਦਾ, ਠੀਕ ਹੈ। ਤਾਂ ਰੋਜ਼ ਕਲਾਸ 'ਚ ਆਉਣਾ ਅਤੇ ਚਲੋ ਬਸ ਇੰਨਾ ਹੀ ਸੀਗਾ। ਮੈਂ ਆਸ਼ਾ ਕਰਦਾ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ। ਤੁਹਾਨੂੰ ਲੈਕਚਰ ਵਧੀਆ ਲੱਗੇ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਕਮੈਂਟ ਕਰਨਾ ਨਹੀਂ ਭੁੱਲਿਓ ਵੀ ਤੁਹਾਨੂੰ ਲੈਕਚਰ ਕਿਵੇਂ ਲੱਗਿਆ। ਅਤੇ ਇਹ ਸਾਰੇ ਜਿਹੜੇ ਚੈਪਟਰ ਦੇ ਲੈਕਚਰ ਦੇ ਨੋਟਸ ਨੇ ਕਿੱਥੇ ਮਿਲਣਗੇ ਤੁਹਾਨੂੰ?
ਪੰਜਾਬ ਸਫਲਤਾ ਟੈਲੀਗ੍ਰਾਮ ਗਰੁੱਪ ਦੇ ਉੱਤੇ, ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ। ਠੀਕ ਹੈ, ਚਲੋ ਠੀਕ ਹੈ, ਫਿਰ ਮਿਲਦੇ ਹਾਂ ਕੱਲ੍ਹ। ਓਕੇ, ਬੈਸਟ ਆਫ ਲੱਕ ਫॉर योर फ्यूचर एग्जाम्स। ਓਕੇ, ਫਿਰ ਮਿਲਦੇ ਹਾਂ ਕੱਲ੍ਹ।